ਇੱਕ ਲਗਜ਼ਰੀ ਲਾਈਫ ਛੱਡ ਕੇ ਜੇ ਮੈਂ ਸਿੱਧੇ ਸ਼ਬਦਾਂ ਦੇ ਵਿੱਚ ਕਹਾਂ ਵੀ ਜਿਹੜੇ ਸਾਡੇ ਪਿੰਡਾਂ ਦੇ ਵਿੱਚ ਆਮ ਸ਼ਬਦ ਜੇਕਰ ਕਹੀ ਜਾਵੇ, ਤੁਸੀਂ ਵੀ ਬਾਬਿਆਂ ਵਾਲੀ ਜ਼ਿੰਦਗੀ ਇਹਨੂੰ ਜੁਆਇਨ ਕਿਵੇਂ ਕਰ ਲਿਆ? ਹਮੇਸ਼ਾ ਇਹ ਸੁਣਿਆ ਸੀ ਕਿ ਪੰਜਾਬ ਵਿੱਚ ਡੇਰਾਵਾਦ ਬਹੁਤ ਹੈ, ਬੜੇ ਸਾਰੇ ਬਾਬੇ ਇਹੋ ਜਿਹੇ ਨੇ ਜੋ ਮਤਲਬ ਸਿੱਖੀ ਤੋਂ ਵੱਖ ਹੋ ਕੇ ਗੱਲ ਕਰਦੇ ਨੇ। ਮਨ ਹਲੇ ਮੰਨ ਨਹੀਂ ਰਿਹਾ ਸੀ, ਪਰ ਜਦ ਮੈਨੂੰ ਇਹ ਪਤਾ ਚੱਲਿਆ ਕਿ ਬਾਬਾ ਜੀ MSc ਐਗਰੀਕਲਚਰ ਹੈਗੇ ਨੇ, ਉੱਥੋਂ ਡਾਇਰੈਕਟਰ ਐਜ਼ ਅ ਡਾਇਰੈਕਟਰ ਰਿਟਾਇਰ ਹੋਏ ਨੇ। ਸੋ ਇਹ ਚੀਜ਼ ਮਨ ਵਿੱਚ ਆਈ ਕਿ ਇੱਕ ਵਾਰ ਤਾਂ ਮਿਲਣਾ ਚਾਹੀਦਾ ਹੈ ਕਿ ਇਹ ਕਿਹੜੇ ਮਹਾਂਪੁਰਸ਼ ਨੇ ਜਿਹੜੇ ਕਿ ਇੰਨੇ ਪੜ੍ਹੇ ਲਿਖੇ ਹੋ ਕੇ ਔਰ ਐਜੂਕੇਸ਼ਨ ਦੀ ਗੱਲ ਕਰ ਰਹੇ ਨੇ, ਕਿਉਂਕਿ ਜਨਰਲੀ ਅਸੀਂ ਸੁਣਦੇ ਹਾਂ ਕਿ ਬਾਬੇ ਦੂਸਰੇ ਤਰੀਕੇ ਨਾਲ ਧਰਮ ਤੱਕ ਸੀਮਿਤ ਰੱਖਿਆ ਜਾਂਦਾ। ਉਹ ਕਹਿੰਦੇ ਨੇ ਜਦ ਕਿਸੇ ਨੂੰ ਕੋਈ ਠੋਕਰ ਲੱਗਣੀ ਹੋਏ ਜਾਂ ਕਿਸੇ ਨੂੰ ਮਹਾਂਪੁਰਸ਼ਾਂ ਨੇ ਕੁਝ ਸਮਝਾਉਣਾ ਹੋਏ ਤੇ ਇੱਕ ਪਲ ਲੱਗਦਾ ਹੈ। ਬਾਬਾ ਜੀ ਇਹ ਵੀ ਨਾਲ ਕਹਿੰਦੇ ਸੀ ਕਿ ਜ਼ਰੂਰੀ ਨਹੀਂ ਹੈ ਕਿ ਕੁੜਤੇ ਪਜਾਮੇ ਵਾਲਾ ਹੀ ਸੰਤ ਹੈ, ਹੋ ਸਕਦਾ ਹੈ ਕਿ ਪੈਂਟ ਕੋਟ ਪਾਏ ਵਾਲਾ ਵੀ ਸੰਤ ਹੋ ਸਕਦਾ ਹੈ, ਕਿਉਂਕਿ ਸੰਤ ਤੇ ਮੰਤ ਦੀ ਅਵਸਥਾ ਹੈਗੀ। ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਸਭਨਾਂ ਨੂੰ ਪਤਾ ਹੀ ਹੈ ਕਿ ਜਦੋਂ ਅਸੀਂ ਗੱਲ ਕਰਦੇ ਹਾਂ ਅਕਾਲ ਅਕੈਡਮੀ, ਅਕਾਲ ਯੂਨੀਵਰਸਿਟੀ ਬੜੂ ਸਾਹਿਬ, ਇਹ ਨਾਮ ਜਦੋਂ ਅਸੀਂ ਲੈਂਦੇ ਹਾਂ ਤਾਂ ਕਲਗੀਧਰ ਟਰੱਸਟ ਅਤੇ ਕਲਗੀਧਰ ਸੁਸਾਇਟੀ ਦਾ ਨਾਮ ਵੀ ਸਾਡੇ ਜ਼ਿਹਨ ਦੇ ਵਿੱਚ ਆਉਂਦਾ। ਸੰਨ 1956 ਈਸਵੀ ਦੇ ਵਿੱਚ ਸੰਤ ਤੇਜਾ ਸਿੰਘ ਮਹਾਰਾਜ ਜੀ ਅਖੰਡ ਪਾਠ ਸਾਹਿਬ ਕਰਦੇ ਨੇ ਜਾ ਕੇ ਬੜੂ ਸਾਹਿਬ ਦੀ ਧਰਤੀ ਦੇ ਉੱਪਰ। ਉਹਨਾਂ ਦੇ ਆਸ਼ੀਰਵਾਦ ਸਦਕਾ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਿਰਪਾ ਸਦਕਾ, ਅੱਗੇ ਜਦੋਂ ਇਤਿਹਾਸ ਵਿੱਚ ਵੇਖਦੇ ਹਾਂ 1986 ਈਸਵੀ ਦੇ ਵਿੱਚ ਸੰਤ ਇਕਬਾਲ ਸਿੰਘ ਜੀ ਰਿਟਾਇਰਮੈਂਟ ਤੋਂ ਬਾਅਦ ਸਿਰਫ 5 ਵਿਦਿਆਰਥੀਆਂ ਨਾਲ ਜਾਂਦੇ ਨੇ, ਸਕੂਲ ਸ਼ੁਰੂ ਕਰਦੇ ਨੇ। ਤੇ ਅਕਾਲ ਪੁਰਖ ਦੀ ਰਹਿਮਤ ਅਜਿਹੀ ਹੁੰਦੀ ਹੈ ਕਿਉਂਕਿ ਸੰਤਾਂ ਮਹਾਂਪੁਰਸ਼ਾਂ ਦਾ ਜੋ ਫੁਰਨਾ ਹੁੰਦਾ ਹੈ ਉਹਨੂੰ ਅਕਾਲ ਪੁਰਖ ਵਾਹਿਗੁਰੂ ਆਪ ਪੂਰਾ ਕਰਦਾ ਹੈ। ਉਹ ਫੁਰਨਾ ਜੋ ਮਾਨਵ ਕਲਿਆਣਤਾ ਦਾ ਤੇ ਵਿਦਿਆ ਦਾ, ਵਿਦਿਆ ਵਿਚਾਰੀ ਤਾਂ ਪਰ ਉਪਕਾਰੀ, ਕਿਉਂਕਿ ਵਿਦਿਆ ਸਾਰੇ ਹੀ ਲੈਂਦੇ ਆ, ਪਰ ਜੋ ਸੰਤਾਂ ਮਹਾਂਪੁਰਸ਼ਾਂ ਦੇ ਆਸ਼ੀਰਵਾਦ ਸਦਕਾ ਵਿਦਿਆ ਸਾਨੂੰ ਹਾਸਲ ਹੁੰਦੀ ਹੈ ਉਹਦੇ ਵਿੱਚ ਪਰ ਉਪਕਾਰ ਦੀ ਭਾਵਨਾ ਹੈ। ਉਹਦੇ ਉੱਪਰ ਵੀ ਅਸੀਂ ਗੱਲ ਕਰਾਂਗੇ। ਤੇ ਅੱਜ ਗੱਲ ਕਰਨ ਦੇ ਲਈ ਸਾਡੇ ਨਾਲ ਮੌਜੂਦ ਨੇ, ਕਿਉਂਕਿ ਬੜਾ ਮਹਾਨ ਵਿਸ਼ਾਲ ਜਿਹੜਾ ਵਿਸ਼ਾ ਹੈ ਵਿਦਿਆ ਦਾ, ਤੇ ਸਾਡੇ ਨਾਲ ਭਾਈ ਸਾਹਿਬ ਭਾਈ ਡਾਕਟਰ ਹਮੀਦ ਸਿੰਘ ਜੀ ਮੌਜੂਦ ਨੇ। ਪਹਿਲਾਂ ਗੁਰਫਤਿਹ ਦੀ ਸਾਂਝ ਪਾਉਂਦੇ ਆ। ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਦੀ ਜੇਕਰ ਗੱਲ ਕੀਤੀ ਜਾਵੇ, ਔਰੰਜ IT ਦੀ ਜੇਕਰ ਕੰਪਨੀ ਦੀ ਗੱਲ ਕੀਤੀ ਜਾਵੇ, ਅਮਰੀਕਾ ਵਰਗੇ ਵੱਡੇ ਦੇਸ਼ਾਂ ਦੇ ਵਿੱਚ ਰਹੇ ਨੇ, ਬੜਾ ਖੁਸ਼ੀ ਵੀ ਹੁੰਦੀ ਹੈ, ਹੈਰਾਨੀ ਵੀ ਹੁੰਦੀ ਹੈ, ਕਿਉਂਕਿ ਜਿਹੜਾ ਪਹਿਰਾਵਾ ਸਿੰਘ ਸਾਹਿਬ ਦਾ IT ਖੇਤਰ ਦੇ ਵਿੱਚ ਜਿਸ ਤਰ੍ਹਾਂ ਦੇ ਪਹਿਰਾਵੇ ਹੁੰਦੇ ਨੇ, ਜਿਸ ਤਰ੍ਹਾਂ ਦਾ ਪ੍ਰੋਫੈਸ਼ਨ ਹੁੰਦਾ, ਉਹ ਅਲੱਗ ਹੀ ਹੁੰਦੀ ਦੁਨੀਆ। ਇੱਕਦਮ ਮੋੜ ਆਉਂਦਾ ਜ਼ਿੰਦਗੀ ਦੇ ਵਿੱਚ। ਕਹਿੰਦੇ ਨੇ ਕਿ ਜਦੋਂ ਕਿਸੇ ਸਾਧੂ ਮਹਾਂਪੁਰਸ਼ਾਂ ਦੀ ਸੰਗਤ ਕਰਨ ਦਾ ਮੌਕਾ ਮਿਲ ਜਾਵੇ ਤਾਂ ਜ਼ਿੰਦਗੀ ਜਿਉਣ ਦਾ ਸਵਾਦ ਆ ਜਾਂਦਾ। ਜ਼ਿੰਦਗੀ ਅਸਲ 'ਚ ਹੈਗੀ ਕੀ ਹੈ? ਅਸੀਂ ਕੁਝ ਕਰਦੇ ਹੋਰ ਹੁੰਦੇ ਹਾਂ, ਪਰ ਅਸਲ 'ਚ ਮਨੋਰਥ ਕੀ ਆ ਜ਼ਿੰਦਗੀ ਦਾ? ਸਿਰਫ ਪੈਸੇ ਕਮਾਉਣਾ ਤਾਂ ਹੀ ਮਨੋਰਥ ਤਾਂ ਨਹੀਂ ਹੈਗਾ, ਹੋਰ ਵੀ ਬਹੁਤ ਕੁਛ ਹੈ, ਜਿਸ ਕਰਕੇ ਅਕਾਲ ਪੁਰਖ ਨੇ ਸਾਨੂੰ ਇਹ ਸਰੀਰ ਦਿੱਤਾ ਹੈ। ਸਿੰਘ ਸਾਹਿਬ, ਆਪ ਜੀ ਦਾ ਜੋ ਪਿਛੋਕੜ ਅਸੀਂ ਦੇਖਿਆ IT ਦੇ ਨਾਲ ਸੰਬੰਧਿਤ, ਤੁਸੀਂ ਤੁਹਾਡਾ ਪਿਛੋਕੜ ਹੈ, ਤੇ ਇੱਕਦਮ ਮੋੜ ਆਉਂਦਾ ਜ਼ਿੰਦਗੀ ਦੇ ਵਿੱਚ। ਇੱਕ ਲਗਜ਼ਰੀ ਲਾਈਫ ਛੱਡ ਕੇ ਜੇ ਮੈਂ ਸਿੱਧੇ ਸ਼ਬਦਾਂ ਦੇ ਵਿੱਚ ਕਹਾਂ ਵੀ ਜਿਹੜੇ ਸਾਡੇ ਪਿੰਡਾਂ ਦੇ ਵਿੱਚ ਆਮ ਸ਼ਬਦ ਜੇਕਰ ਕਹੀ ਜਾਵੇ, ਤੁਸੀਂ ਵੀ ਬਾਬਿਆਂ ਵਾਲੀ ਜ਼ਿੰਦਗੀ ਕਿਵੇਂ ਇਹਨੂੰ ਜੁਆਇਨ ਕਿਵੇਂ ਕਰ ਲਿਆ ਜੀ? ਕਿਉਂਕਿ ਬੜਾ ਔਖਾ ਜੀ ਪਹਿਰਾਵਾ, ਕਿਉਂਕਿ ਅਸੀਂ ਇਹ ਇੱਕ ਬੜੀ ਮਾਣ ਵਾਲੀ ਖੁਸ਼ੀ ਵਾਲੀ ਗੱਲ ਹੈ ਕਿ ਸੰਤਾਂ ਨੇ ਪਹਿਰਾਵਾ ਯੂਨੀਵਰਸਿਟੀਆਂ ਦੇ ਬੱਚਿਆਂ ਨੂੰ ਜਦੋਂ ਅਸੀਂ ਵੇਖਦੇ ਹਾਂ, ਖੁਸ਼ੀ ਤਾਂ ਸਾਨੂੰ ਬਹੁਤ ਹੁੰਦੀ ਹੈ ਤੇ ਮਾਣ ਵੀ ਹੁੰਦਾ ਹੈ ਕਿ ਸਾਡੀ ਕੌਮ ਦਾ ਪਹਿਰਾਵਾ ਹੈ। ਜਦੋਂ ਸਾਨੂੰ ਖੁਦ ਪਾਉਣ ਨੂੰ ਤੁਹਾਨੂੰ ਕਿੰਨੇ ਕਿਤੇ ਝਿਜਕ ਜਾਂ ਕੋਈ ਸ਼ਰਮ ਜਾਂ ਹਿਆ ਕਿਤੇ ਨਾ ਕਿਤੇ ਚੀਜ਼ਾਂ ਮਾਰ ਲੈਂਦੀਆਂ ਸੋਸਾਇਟੀ ਦੀਆਂ, ਪਰ ਆਪ ਜੀ ਦਾ ਜੋ ਇਹ ਸ਼ਰਮ ਸੀ ਇਹ ਕਿਵੇਂ ਪਰਦਾ ਚੱਕੇ ਗਿਆ? ਅਕਾਲ ਪੁਰਖ ਵਾਹਿਗੁਰੂ ਦੀ ਕਿਵੇਂ ਕਿਰਪਾ ਹੋਈ? ਜਿਹੜੀ ਜੀ ਤੁਸੀਂ ਸਟਾਰਟਿੰਗ ਵਿੱਚ ਇੱਕ ਬੜੀ ਵੱਡੀ ਗੱਲ ਕਹੀ ਕਿ ਸੰਤਾਂ ਮਹਾਂਪੁਰਸ਼ਾਂ ਦੀ ਜਿਹੜੀ ਸੰਗਤ ਹੁੰਦੀ ਹੈ ਨਾ, ਉਹੀ ਇਹ ਸਾਰੇ ਕਾਰਜ ਆਸਾਨ ਕਰ ਸਕਦੀ ਹੈ ਜੀ। ਸੋ ਮੇਰੇ ਨਾਲ ਵੀ ਕੁਝ ਇਹੋ ਜਿਹਾ ਹੋਇਆ। ਮੈਂ ਜਦ IT ਵਿੱਚ ਜੌਬ ਕਰਦਾ ਸੀ ਤੇ ਮੈਨੂੰ ਵੀ ਬਹੁਤ ਸ਼ੌਕ ਹੁੰਦਾ ਸੀ ਬ੍ਰਾਂਡਡ ਕੱਪੜੇ ਪਾਉਣ ਦਾ। ਮਤਲਬ ਮੇਰੀ ਜਿਹੜੀ ਸੈਲਰੀ ਆਉਂਦੀ ਸੀ ਜ਼ਿਆਦਾਤਰ ਉਹ ਪੈਸੇ ਮੇਰੇ ਕੱਪੜਿਆਂ ਤੇ ਹੀ ਖਰਚ ਹੁੰਦੇ ਸੀ, ਜਾਂ ਸ਼ੂਜ਼ ਲੈ ਲਏ ਜਾਂ ਆਪਣੇ ਸ਼ੌਕ ਪੂਰੇ ਕਰ ਸ਼ੌਕ ਪੂਰੇ ਮਨ ਦੀ ਜਿਹੜੀ ਮਾਤਾ ਆਪਾਂ ਕਹਿੰਦੇ ਵੀ ਮਨ ਜੋ ਕਹਿੰਦਾ। ਰੋਜ਼ ਆਫਿਸ ਜਾਣਾ ਹੁੰਦਾ ਸੀ, ਬਟ ਇਹ ਮਹਾਰਾਜ ਨੇ ਹਮੇਸ਼ਾ ਕਿਰਪਾ ਬਖਸ਼ੀ ਕਿ ਮੈਂ ਜਦ ਆਫਿਸ ਵਿੱਚ ਜਾਣਾ ਤੇ ਮੈਂ ਦਾੜਾ ਜ਼ਰੂਰ ਪ੍ਰਕਾਸ਼ ਕਰਦਾ ਸੀ ਜੀ। ਸੋ ਐਵੇਂ ਕਰਦੇ ਕਰਦੇ ਮੈਂ ਬਾਬਾ ਜੀ ਨੂੰ ਅੱਜ ਤੋਂ ਲਗਭਗ 12 ਸਾਲ ਪਹਿਲਾਂ ਮਿਲਿਆ ਸੀ ਜੀ। ਸੋ ਪਹਿਲੇ ਤੇ ਮੈਂ ਬਾਬਾ ਜੀ ਕੋਲ ਥੋੜਾ ਕਤਰਾ ਰਿਹਾ ਸੀ ਜਾਣ ਵਾਸਤੇ, ਕਿਉਂਕਿ ਹਮੇਸ਼ਾ ਇਹ ਸੁਣਿਆ ਸੀ ਕਿ ਪੰਜਾਬ ਵਿੱਚ ਡੇਰਾਵਾਦ ਬਹੁਤ ਹੈ, ਬੜੇ ਸਾਰੇ ਬਾਬੇ ਇਹੋ ਜਿਹੇ ਨੇ ਜੋ ਮਤਲਬ ਸਿੱਖੀ ਤੋਂ ਵੱਖ ਹੋ ਕੇ ਗੱਲ ਕਰਦੇ ਨੇ। ਸੋ ਇੱਕ ਮੈਂਟੈਲਿਟੀ, ਸਿਰਫ ਪੈਸੇ ਇਕੱਠੇ ਸੋ ਇੱਕ
ਇਹੋ ਜਿਹਾ ਮਨ ਵਿੱਚ ਸੀ, ਪਰ ਮੇਰੀ ਵਾਈਫ ਛੋਟੇ ਹੁੰਦੇ ਹੀ ਇਸ ਬੜੂ ਸਾਹਿਬ ਦੀ ਧਰਤੀ ਨਾਲ ਉਹਦਾ ਬਹੁਤ ਪ੍ਰੇਮ ਸੀ। ਸੋ ਉਹਨੇ ਮੈਨੂੰ ਕਿਹਾ ਕਿ ਬਾਬਾ ਜੀ ਦਿੱਲੀ ਆਏ ਹੋਏ ਨੇ, ਤੁਸੀਂ ਇੱਕ ਵਾਰ ਜਾ ਕੇ ਮਿਲੋ ਜੀ। ਸੋ ਮਨ ਹਲੇ ਮੰਨ ਨਹੀਂ ਰਿਹਾ ਸੀ, ਪਰ ਜਦ ਮੈਨੂੰ ਇਹ ਪਤਾ ਚੱਲਿਆ ਕਿ ਬਾਬਾ ਜੀ MSc ਐਗਰੀਕਲਚਰ ਹੈਗੇ ਨੇ, ਉੱਥੋਂ ਡਾਇਰੈਕਟਰ ਐਜ਼ ਅ ਡਾਇਰੈਕਟਰ ਰਿਟਾਇਰ ਹੋਏ ਨੇ। ਸੋ ਇਹ ਚੀਜ਼ ਮਨ ਵਿੱਚ ਆਈ ਕਿ ਇੱਕ ਵਾਰ ਤੇ ਮਿਲਣਾ ਚਾਹੀਦਾ ਹੈ ਕਿ ਇਹ ਕਿਹੜੇ ਮਹਾਪੁਰਸ਼ ਨੇ ਜਿਹੜੇ ਕਿ ਇੰਨੇ ਪੜ੍ਹੇ ਲਿਖੇ ਹੋ ਕੇ ਔਰ ਐਜੂਕੇਸ਼ਨ ਦੀ ਗੱਲ ਕਰ ਰਹੇ ਨੇ। ਕਿਉਂਕਿ ਜਨਰਲੀ ਅਸੀਂ ਸੁਣਦੇ ਹਾਂ ਕਿ ਬਾਬੇ ਦੂਸਰੇ ਤਰੀਕੇ ਨਾਲ ਸਿਰਫ ਧਰਮ ਤੱਕ ਸੀਮਿਤ ਰੱਖਿਆ ਜਾਂਦਾ। ਹਾਂਜੀ, ਤੇ ਇਸ ਭਾਵਨਾ ਨਾਲ ਬਾਬਾ ਜੀ ਦੇ ਦਰਸ਼ਨ ਕਰਨ ਗਿਆ, ਤੇ ਉਹ ਕਹਿੰਦੇ ਨੇ ਜਦ ਕਿਸੇ ਨੂੰ ਕੋਈ ਠੋਕਰ ਲੱਗਣੀ ਹੋਏ ਜਾਂ ਕਿਸੇ ਨੂੰ ਮਹਾਂਪੁਰਸ਼ਾਂ ਨੇ ਕੁਝ ਸਮਝਾਉਣਾ ਹੋਏ ਤੇ ਇੱਕ ਪਲ ਲੱਗਦਾ ਜੀ। ਸੋ ਮੈਂ ਬਾਬਾ ਜੀ ਦੀ ਸੰਗਤ ਵਿੱਚ ਬੈਠਾ ਹੋਇਆ ਸੀ, ਮਤਲਬ ਤੇ ਮੈਨੂੰ ਬਾਬਾ ਜੀ ਨੇ ਪਤਾ ਨਹੀਂ ਕਿਵੇਂ ਮੈਨੂੰ ਜੀਵਨ ਬਦਲਣਾ ਸੀ ਜਾਂ ਕੁਝ ਸਮਝਾਉਣਾ ਸੀ। ਹਾਂਜੀ, ਸੰਤ ਬਾਬਾ ਇਕਬਾਲ ਸਿੰਘ ਜੀ ਦੀ। ਤੇ ਉਹਨਾਂ ਨੇ ਮੈਨੂੰ ਸੰਗਤ ਵਿੱਚੋਂ ਬੁਲਾਇਆ ਤੇ ਮੈਨੂੰ ਕਹਿੰਦੇ ਕਾਕਾ ਤੂੰ ਕਿੱਥੋਂ ਆਇਆ? ਮੈਂ ਦੱਸਿਆ ਜੀ ਮੈਂ ਦਿੱਲੀ ਦਾ ਹੀ ਰਹਿਣ ਵਾਲਾ, ਜੌਬ ਕਰਦਾ। ਵੈਸੇ ਮੇਰਾ ਪਿਛੋਕੜ ਚੰਡੀਗੜ੍ਹ ਤੋਂ ਜੁੜਿਆ ਹੋਇਆ, ਐਜੂਕੇਸ਼ਨ ਮੇਰੀ ਚੰਡੀਗੜ੍ਹ ਤੋਂ ਹੋਈ ਹੈ ਜੀ। ਸੋ ਮੈਨੂੰ ਜਦ ਬਾਬਾ ਜੀ ਨੇ ਸਵਾਲ ਪੁੱਛਿਆ ਤੇ ਮੈਂ ਉਹਨਾਂ ਦੱਸਿਆ ਤੇ ਮੈਨੂੰ ਕਹਿੰਦੇ ਕਿ ਕਾਕਾ, ਇੰਗਲਿਸ਼ ਵਿੱਚ ਉਹਨਾਂ ਨੇ ਮੇਰੇ ਤੋਂ ਸਵਾਲ ਪੁੱਛਿਆ ਸੀ, ਕਾਕਾ ਵਾਟ ਇਜ਼ ਏਮ ਆਫ ਯਰ ਲਾਈਫ ਜੀ। ਤੇ ਮੈਂ ਦੱਸਿਆ ਕਿ ਮਹਾਰਾਜ ਮੈਂ ਕੋਈ ਸਟਾਰਟਅਪ ਦਾ ਮੇਰਾ ਕੋਈ ਆਈਡੀਆ ਸੀ, ਕੋਈ ਇਨਕੂਬੇਟਰ ਦਾ ਚੱਲ ਰਿਹਾ ਸੀ ਕਿ ਇਹ ਮਹਾਰਾਜ ਮੈਂ ਇਹ ਕਰਨਾ ਚਾਹੁੰਦਾ, ਜਿਹੜਾ ਫੀਲਡ ਦੇ ਵਿੱਚ ਵੱਡੀ ਉਪਲਬਧੀ ਕਰਾਂਗਾ। ਹਾਂਜੀ, ਜਾਂ ਮੈਂ ਕੋਈ ਜਿਵੇਂ ਕਹਿੰਦੇ ਨਾ ਕੋਈ ਡਾਇਰੈਕਟਰ ਲੈਵਲ ਤੇ ਓਨਰ ਲੈਵਲ ਤੇ ਜਾਣਾ ਹੈ। ਸੋ ਬਾਬਾ ਜੀ ਉਸ ਵੇਲੇ ਲੰਗਰ ਛਕ ਰਹੇ ਸੀ, ਰਾਤ ਦਾ ਸਮਾਂ ਸੀ ਕੋਈ 7:30-8 ਵਜੇ ਦਾ ਜੀ। ਤੇ ਲੰਗਰ ਛਕ ਕੇ ਫਿਰ ਇੱਕਦਮ ਮੇਰਾ ਮਤਲਬ ਜਵਾਬ ਸੁਣ ਕੇ ਬਾਬਾ ਜੀ ਫਿਰ ਆਪਣਾ ਲੰਗਰ ਜਿਵੇਂ ਛਕਣ ਲੱਗ ਗਏ ਦੁਬਾਰਾ ਜੀ। ਤੇ ਮੈਨੂੰ ਫਿਰ ਦੁਬਾਰਾ ਬੁਲਾਇਆ ਉਹਨਾਂ ਨੇ 3-4 ਮਿੰਟ ਬਾਅਦ, ਕਹਿੰਦੇ ਕਿ ਜਿਹੜਾ ਮੈਂ ਸਵਾਲ ਪੁੱਛਿਆ ਸੀ ਉਹਦਾ ਆਨਸਰ ਨਹੀਂ ਮਿਲਿਆ ਜੀ। ਸੋ ਮੈਨੂੰ ਤਾਂ ਸਮਝ ਨਹੀਂ ਆਈ ਤੇ ਮੈਂ ਪੁੱਛਿਆ ਮਹਾਰਾਜ ਆਪ ਜੀ ਮਤਲਬ ਕੀ ਆਪ ਜੀ ਮੇਰੇ ਤੋਂ ਪੁੱਛਣਾ ਚਾਹੁੰਦੇ ਹੋ? ਉਹਨੇ ਕਹਿੰਦੇ ਕਾਕਾ ਵਾਟ ਇਜ਼ ਸਪਿਰਿਚੁਅਲ ਏਮ ਆਫ ਯਰ ਲਾਈਫ ਜੀ। ਤੇ ਤੁਸੀਂ ਮੰਨੋਗੇ ਵੀਰ ਜੀ, ਮੈਂ ਤੇ ਬਿਲਕੁਲ ਸਪੀਚਲੈਸ ਹੋ ਗਿਆ, ਕਿਉਂਕਿ ਕਦੀ ਇਨਸਾਨ ਨੇ ਇਸ ਪਾਸੇ ਸੋਚਿਆ ਹੀ ਨਹੀਂ ਹੁੰਦਾ ਕਿ ਸਾਡਾ ਕੋਈ ਸਪਿਰਿਚੁਅਲ ਏਮ ਵੀ ਹੈ ਲਾਈਫ ਦਾ। ਸੋ ਮੈਨੂੰ ਬਾਬਾ ਜੀ ਨੇ ਕਿਹਾ ਕਿ ਬੇਟਾ ਇੱਕ ਚੀਜ਼ ਹਮੇਸ਼ਾ ਪੱਲੇ ਬੰਨ ਲਓ, ਤੁਸੀਂ ਕਿਸੇ ਵੀ ਮਤਲਬ ਟੌਪ ਲੈਵਲ ਤੇ ਪਹੁੰਚ ਜਾਓ, ਓਨਰ ਬਣ ਜਾਓ, CEO ਬਣ ਜਾਓ, ਕਿੱਥੇ ਵੀ ਚਲੇ ਜਾਓ, ਇੱਕ ਚੀਜ਼ ਹਮੇਸ਼ਾ ਯਾਦ ਰੱਖਣਾ, ਜਿਹੜੀ ਬਾਣੀ ਦੀ ਤੁਕ ਬਾਬਾ ਜੀ ਨੇ ਦੱਸੀ। ਔਰ ਤੁਸੀਂ ਜਿੰਨੇ ਵੀ ਬਾਬਾ ਜੀ ਦੇ ਸਪੀਚਸ ਸੁਣੋਗੇ ਜਾਂ ਲੈਕਚਰ ਸੁਣੋਗੇ, ਬਾਬਾ ਜੀ ਇਸ ਤੇ ਬਹੁਤ ਜ਼ੋਰ ਪਾਉਂਦੇ ਇਸ ਬਾਣੀ ਤੁਕ ਤੇ। ਉਹ ਸੀ ਕਿ ਪਈ ਪ੍ਰਾਪਤ ਮਾਨੁਕ ਦਹੋਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਉਹ ਕਹਿੰਦੇ ਸੀ ਇਹ ਤੇਰਾ ਏਮ ਬਣ ਜਾਣਾ ਚਾਹੀਦਾ ਲਾਈਫ ਦਾ। ਸੋ ਉਸ ਵੇਲੇ ਤੇ ਗੱਲ ਸਮਝ ਨਹੀਂ ਆਈ, ਬਟ ਹੌਲੀ ਹੌਲੀ ਫਿਰ ਬਾਬਾ ਜੀ ਉਸ ਵੇਲੇ ਕੋਈ IT ਦਾ ਸੈਟਅਪ ਹੋ ਰਿਹਾ ਸੀ ਜੀ। ਸੋ ਮੇਰੀ ਵਾਈਫ ਨੇ ਮੈਨੂੰ ਕਿਹਾ ਕਿ ਆਪ ਜੀ ਬਾਬਾ ਜੀ ਨੂੰ ਗੱਲ ਕਰੋ ਕਿ ਕੋਈ ਸੇਵਾ ਮਿਲ ਸਕੇ। ਸੋ ਬਸ ਉਹ ਆਪਣੇ ਆਪ ਹੀ ਸਾਰੇ ਰਸਤੇ ਮਹਾਰਾਜ ਨੇ ਖੋਲਤੇ ਤੇ ਇੱਥੇ ਸੇਵਾ 'ਚ ਆ ਗਏ। ਤੇ ਸਾਡੀ ਇੱਕ ਦਿੱਲੀ ਵਿੱਚ ਸਿੰਮੀ ਭੈਣ ਜੀ ਹੁੰਦੀ ਸੀ ਜੀ, ਜੋ ਕਿ ਬਹੁਤ ਹੀ ਨਾਮ ਬਾਣੀ ਵਾਲੀ ਰੂਹ ਔਰ ਬਾਬਾ ਜੀ ਦੇ ਬਹੁਤ ਪ੍ਰੇਮ ਕਰਨ ਵਾਲੇ, ਬਾਬਾ ਜੀ ਦੀ ਸੇਵਾ ਨਾਲ ਪ੍ਰੇਮ ਕਰਨ ਵਾਲੇ ਭੈਣ ਜੀ ਸੀ ਉਹ। ਸੋ ਉਹ ਸਾਨੂੰ ਮੇਰੀ ਵਾਈਫ ਨੂੰ ਮੈਨੂੰ ਅਸੀਂ ਦੋਨਾਂ ਨੂੰ ਸੇਵਾ ਤੇ ਲੈ ਕੇ ਆਏ। ਤੇ ਕੱਪੜੇ ਫਿਰ ਵੀ ਮੈਂ ਪਾਣੇ ਨਹੀਂ ਛੱਡੇ ਸੀ ਜੀ, ਮੈਂ ਪਾਉਂਦਾ ਸੀ। ਪਰ ਅਸੀਂ ਸੇਵਾ 'ਚ ਆਏ ਤੇ 1.5 ਮਹੀਨੇ ਬਾਅਦ ਹੀ, ਕਿਉਂਕਿ ਭੈਣ ਜੀ ਨੂੰ ਮਸਕੂਲਰ ਡਿਸਟ੍ਰੋਫੀ ਦੀ ਪ੍ਰੋਬਲਮ ਸੀ ਤੇ ਉਹਨਾਂ ਦੀ ਉਹ ਸਾਨੂੰ ਆਤਮਿਕ ਸਰੀਰੀ ਪੱਖੋਂ ਸਾਨੂੰ ਛੱਡ ਗਏ। ਤੇ ਜਿਸ ਵੇਲੇ ਉਹ ਗਏ ਤੇ ਉਸ ਵੇਲੇ ਪਤਾ ਨਹੀਂ ਮਨ ਵਿੱਚ ਕੀ ਆਇਆ ਕਿ ਬਸ ਭੈਣ ਜੀ ਨਾਲ ਬਹੁਤ ਸਿੱਖੇ ਸੀ, ਬਹੁਤ ਕੁਝ ਉਹਨਾਂ ਨੇ ਸਾਨੂੰ ਸਿਖਾਇਆ ਸੀ। ਸੰਗਤ ਤੋਂ ਵੱਡਾ ਕੁਝ ਨਹੀਂ ਹੈਗਾ ਜੀ। ਹਾਂਜੀ, ਤੇ ਬਸ ਉਸ ਦਿਨ ਉਹਨਾਂ ਦਾ ਭੋਗ ਸੀ ਤੇ ਵਾਈਟ ਕੱਪੜੇ ਪਾਏ ਤੇ ਉਸ ਤੋਂ ਬਾਅਦ ਫਿਰ ਮਹਾਰਾਜ ਨੇ ਇਹੀ ਤਾਕਤ ਬਖਸ਼ੀ। ਤੇ ਪਰ ਜਦ ਮੈਂ ਬਾਬਾ ਜੀ ਕੋਲ ਪਹਿਲੀ ਵਾਰ ਵਾਈਟ ਕੱਪੜੇ ਪਾ ਕੇ ਗਿਆ ਸੀ ਜੀ, ਤੇ ਬਾਬਾ ਜੀ ਕਹਿੰਦੇ ਕਿ ਕਿਸੇ ਦਬਾਅ 'ਚ ਆ ਕੇ ਤੇ ਨਹੀਂ ਪਾਏ ਜੀ। ਤੇ ਮੈਂ ਕਿਹਾ ਨਹੀਂ ਮਹਾਰਾਜ, ਉਸ ਆਪ ਜੀ ਦੀ ਪ੍ਰੇਰਨਾ ਤੋਂ ਸਦਕਾ ਹੀ ਪਾਏ ਨੇ। ਕਹਿੰਦੇ ਇਸੀ ਚੋਲੇ 'ਚ, ਗੁਰੂ ਸਾਹਿਬ ਦੇ ਇਸੀ ਚੋਲੇ 'ਚ ਤੂੰ ਵੱਡੀ ਵੱਡੀ ਆਰਗੇਨਾਈਜੇਸ਼ਨਸ ਨੂੰ ਮਿਲ ਕੇ ਆਪਣਾ ਮਿਸ਼ਨ ਦੱਸੇਗਾ। ਸੋ ਉਹੀ ਬਾਬਾ ਜੀ ਦਾ ਬਚਨ ਸੀ, ਉਹ ਅੱਜ ਵਰਤ ਰਿਹਾ। ਬੜੀ ਸਾਰੀ ਓਪਰਚੁਨਿਟੀਜ਼ ਮਿਲੀ ਕਿ ਆਪਾਂ ਵੱਡੇ ਸਟੇਜਸ ਤੇ ਵੱਡੀ ਕੰਪਨੀਜ਼ ਦੇ MD CEOs ਨੂੰ ਮਿਲ ਕੇ ਇਸ ਮਿਸ਼ਨ ਬਾਰੇ ਦੱਸਦੇ ਆ ਤੇ ਨਾਲ ਜਾਣੂ ਕਰਾਉਂਦੇ ਆ ਕਿ ਕਿਵੇਂ ਇਹ ਮਿਸ਼ਨ ਪੰਜਾਬ ਵਿੱਚ ਚੱਲ ਰਿਹਾ। ਸੋ ਇਹ ਸਾਰੀ ਬਰਕਤ ਸੰਤਾਂ ਮਹਾਂਪੁਰਸ਼ਾਂ ਦੀ ਸੰਗਤ ਵਿੱਚ ਹੁੰਦੀ ਹੈ ਜੀ। ਆਪਣਾ ਇਨਸਾਨ ਦਾ ਕੁਝ ਨਹੀਂ ਹੁੰਦਾ। ਜੇ ਅੱਜ ਮੈਂ ਕਹਾਂ ਕਿ ਮੈਂ ਜੌਬ ਛੱਡ ਕੇ ਆ ਗਿਆ ਤੇ ਉਹ ਵੀ ਮੇਰਾ ਹੰਕਾਰ ਹੈ ਜਾਂ ਮੇਰੇ ਅੰਦਰ ਮੈਂ ਕਿ ਮੈਂ ਜੌਬ ਛੱਡੀ, ਬਟ ਇਹ ਤੇ ਸਾਨੂੰ ਇਹ ਭਰੋਸਾ ਰੱਖਣਾ ਚਾਹੀਦਾ ਕਿ ਜੋ ਕਰ ਰਿਹਾ ਉਹ ਗੁਰੂ ਕਰ ਰਿਹਾ ਜੀ, ਤੇ ਜੋ ਕਰਵਾ ਰਿਹਾ ਉਹੀ ਕਰ ਰਿਹਾ। ਸੇ ਆਪਣੇ ਸੰਤਾਂ ਮਹਾਂਪੁਰਸ਼ਾਂ ਨੂੰ ਉਹ ਭੇਜਦਾ ਹੀ ਇਸੇ ਕਰਕੇ ਹੈ ਕਿ ਸਾਨੂੰ ਕਿਸੇ ਰਾਹ ਵਿੱਚ ਉਹ ਇੱਕ ਮਾਰਗਦਰਸ਼ਕ ਸਾਡੇ ਬਣ ਸਕਣ। ਸੋ ਬਸ ਇਹ ਹੌਲੀ ਹੌਲੀ ਕਰਦੇ ਕਰਦੇ ਸੇਵਾ ਦਾ ਮੌਕਾ ਮਿਲਿਆ ਤੇ ਹੁਣ ਲਗਭਗ 10 ਸਾਲ ਹੋ ਗਏ ਜੀ ਇਸ ਸੇਵਾ ਵਿੱਚ। ਤੇ ਇਹ ਜਿਹੜਾ ਸਾਧੂ ਸੰਤਾਂ ਦੀ ਮਹਿਮਾ ਜੇਕਰ ਗੱਲ ਕੀਤੀ ਜਾਵੇ, ਕਿਉਂਕਿ ਗੁਰਬਾਣੀ ਦੇ ਵਿੱਚ ਵੀ ਸੰਗਤ ਤੇ ਬਹੁਤ ਜ਼ੋਰ ਦਿੱਤਾ ਹੈ। ਜਦੋਂ ਜਿਵੇਂ ਆਪ ਜੀ ਨੂੰ ਸੰਗਤ ਮਿਲੀ, ਭੈਣ ਜੀ ਦੀ ਤੁਸੀਂ ਗੱਲ ਕੀਤੀ ਹੈ, ਕਿਉਂਕਿ ਜੈਸੀ ਸੰਗਤ ਤੈਸੀ ਰੰਗਤ, ਤੇ ਉਹ ਰੰਗ ਚੜ੍ਹਦਾ ਜਿਹੜਾ ਚੜ੍ਹ ਜਾਂਦਾ ਤੇ ਅੱਜ ਅਸੀਂ ਰੰਗ ਦੇਖ ਸਕਦੇ ਹਾਂ। ਤੇ
ਇੱਕ ਕੋਈ ਪਲੈਨਿੰਗ ਜਾਂ ਪੰਜਾਬ ਦੀ ਗੱਲ ਕੀਤੀ ਜਾਵੇ, ਜਿਹੜਾ ਬੱਚਿਆਂ 'ਚ ਆਪਣਾ ਪਹਿਰਾਵਾ ਲੈ ਕੇ, ਜੇਕਰ ਆਪਾਂ ਸ਼੍ਰੀ ਸਾਹਿਬ ਦੀ ਗੱਲ ਕਰੀ ਜਾਵੇ, ਉੱਪਰ ਨੂੰ ਪਾਉਣੀ ਜਾਂ ਪਹਿਰਾਵਾ ਲੈ ਕੇ ਇੱਕ ਤਰ੍ਹਾਂ ਦਾ ਕਿਵੇਂ ਲੱਗ ਰਿਹਾ? ਕਿਉਂਕਿ ਜਦੋਂ ਦਾ ਬੜੂ ਸਾਹਿਬ ਦੇ ਵਿੱਚ ਜਾਂਦੇ ਹਾਂ ਤਾਂ ਅਕੈਡਮੀਆਂ ਜਾਂਦੇ ਹਾਂ ਤਾਂ ਬੜਾ ਮਾਣ ਮਹਿਸੂਸ ਹੁੰਦਾ, ਤੇ ਇਹ ਕਿਉਂਕਿ ਉੱਥੇ ਜਾ ਕੇ ਲੱਗਦਾ ਵੀ ਅਸੀਂ ਵੀ ਇਹੋ ਜਿਹੇ ਹੀ ਬਣ ਜਾਈਏ, ਪਰ ਫੇਰ ਸੁਸਾਇਟੀ 'ਚ ਆਉਂਦੇ ਆ। ਇਹ ਕੀ ਕਾਰਨ ਤੁਸੀਂ ਸਮਝਦੇ ਹੋ ਸੁਸਾਇਟੀ ਦੇ, ਕਿ ਜਿਹੜਾ ਪਹਿਰਾਵੇ ਦੇ ਵਿੱਚ ਸਾਨੂੰ ਕਿਤੇ ਨਾ ਕਿਤੇ ਝਿਜਕ ਜਿਹੜੀ ਆ ਰਹੀ ਹੈ? ਤੁਸੀਂ ਦੇਖੋ, ਜਿਸ ਵੇਲੇ ਬਾਬਾ ਜੀ ਨੇ 5 ਬੱਚਿਆਂ ਦਾ ਸਕੂਲ ਸ਼ੁਰੂ ਕੀਤਾ ਸੀ ਨਾ, ਉਸ ਟਾਈਮ ਵੀ ਕੁਝ ਲੋਕੀ ਕਹਿੰਦੇ ਨਾ, ਜਦ ਵੀ ਕੋਈ ਚੰਗਾ ਕੰਮ ਕਰੋ, ਕੋਈ ਐਪਰੀਸ਼ੀਏਟ ਕਰਨ ਵਾਲੇ ਵੀ ਹੋਣਗੇ, ਆਲੋਚਨਾ ਕਰਨ ਵਾਲੇ ਵੀ, ਕ੍ਰਿਟਿਸਿਜ਼ਮ, ਦੋਨੋਂ ਤਰੀਕੇ ਦੇ ਬੰਦੇ, ਕੁਦਰਤ ਦਾ ਨਿਯਮ ਹੈ। ਸੋ ਬਾਬਾ ਜੀ ਨੇ ਜਦ ਸਟਾਰਟ ਕੀਤਾ ਸੀ ਤੇ ਇਹੀ ਚੀਜ਼ਾਂ ਰੱਖੀਆਂ ਸੀ। 3 ਚੀਜ਼ਾਂ ਬਾਬਾ ਜੀ ਨੇ ਮੇਨ ਆਪਣੇ ਹਰ ਅਕੈਡਮੀ ਵਿੱਚ ਜੋ ਅੱਜ ਫੋਲੋ ਹੁੰਦੀਆਂ ਨੇ। ਇੱਕ ਅੰਮ੍ਰਿਤ ਵੇਲੇ ਦਾ ਨਿਤਨੇਮ, ਅੰਮ੍ਰਿਤ ਵੇਲੇ ਜਾਗਣਾ। ਦੂਸਰਾ ਕੱਪੜੇ ਕੁੜਤਾ ਪਜਾਮਾ ਰੱਖਣਾ, ਤੇ ਤੀਸਰਾ ਬੱਚਿਆਂ ਨੂੰ ਖਾਣ ਵਾਸਤੇ ਵੈਜ ਹੀ ਦੇਣਾ। ਸੋ ਇਹ 3 ਰੂਲ ਉਸ ਵੇਲੇ ਵੀ ਰੱਖੇ 1986 ਵਿੱਚ। ਤੇ ਕੁਝ ਸੰਗਤ ਕਹਿੰਦੀ ਸੀ ਕਿ ਬਾਬਾ ਜੀ ਤੁਸੀਂ ਕੁੜਤੇ ਪਜਾਮੇ ਪਾਓਗੇ ਨਾ ਤੇ ਬੱਚਿਆਂ ਨੇ ਤੁਹਾਡੇ ਸਕੂਲ ਵਿੱਚ ਪੜ੍ਹਨ ਨਹੀਂ ਆਉਣਾ। ਸੋ ਬਾਬਾ ਜੀ ਕਹਿੰਦੇ ਸੀ ਜਿਹਨੂੰ ਪ੍ਰੇਮ ਹੋਏਗਾ ਉਹ ਆ ਜਾਏਗਾ, ਜਿਹਨੂੰ ਨਹੀਂ ਹੋਏਗਾ ਕੋਈ ਗੱਲ ਨਹੀਂ, ਪਰ ਆਪਾਂ ਇਨ ਰੂਲਸ ਤੋਂ ਨਹੀਂ ਹਟਣਾ, ਕਿਉਂਕਿ ਇਹ ਜੋ ਮਰਿਆਦਾ ਸੀ, ਇਹ ਸੰਤ ਬਾਬਾ ਤੇਜਾ ਸਿੰਘ ਮਹਾਰਾਜ ਆਪਣੀ ਦੂਰਦ੍ਰਿਸ਼ਟੀ ਨਾਲ ਇਹ ਦੱਸ ਕੇ ਗਏ ਸੀ ਕਿ ਜਦ ਤੱਕ ਬੱਚੇ ਨੇ ਸਕੂਲ ਵਿੱਚ ਪੜ੍ਹਨਾ ਹੈ। ਅੱਜ ਅਸੀਂ ਦੇਖ ਰਹੇ ਹਾਂ ਕਿ ਜਿਹੜੇ ਦਿੱਲੀ ਦੇ ਸਕੂਲ ਜਾਂ ਸ਼ਹਿਰਾਂ ਦੇ ਜਿਹੜੇ ਸਕੂਲ ਨੇ, ਉਹਨਾਂ 'ਚ ਕੀ ਚੱਲ ਰਿਹਾ, ਬੱਚੇ ਕਿਸ ਲੈਵਲ ਤੱਕ, ਕਿਉਂਕਿ ਇੰਟਰਨੈਟ ਇੰਨਾ ਓਪਨ ਹੈਗਾ, ਕਿਸ ਲੈਵਲ ਤੱਕ ਪਹੁੰਚ ਚੁੱਕੇ ਨੇ। ਸੋ ਬਾਬਾ ਜੀ ਦਾ ਇਹ ਸੀ ਕਿ ਜਦ ਪਹਿਰਾਵਾ ਸਿੰਪਲ ਹੁੰਦਾ ਤੇ ਬੱਚਿਆਂ ਦਾ ਜਿਹੜਾ ਫੋਕਸ ਹੁੰਦਾ ਨਾ, ਉਹ ਐਜੂਕੇਸ਼ਨ ਹੁੰਦਾ। ਸੋ ਉਸ ਪਹਿਰਾਵੇ ਨੂੰ ਰੱਖਦੇ ਹੋਏ ਹੁਣ ਬਾਬਾ ਜੀ ਇਹ ਵੀ ਨਾਲ ਕਹਿੰਦੇ ਸੀ ਕਿ ਜ਼ਰੂਰੀ ਨਹੀਂ ਹੈ ਕਿ ਕੁੜਤੇ ਪਜਾਮੇ ਵਾਲਾ ਹੀ ਸੰਤ ਹੈ, ਹੋ ਸਕਦਾ ਹੈ ਕਿ ਪੈਂਟ ਕੋਟ ਪਾਏ ਵਾਲਾ ਵੀ ਸੰਤ ਹੋ ਸਕਦਾ ਹੈ, ਕਿਉਂਕਿ ਸੰਤ ਤੇ ਮੰਤ ਦੀ ਅਵਸਥਾ ਹੈਗੀ। ਪਰ ਜਿਹੜਾ ਬੱਚਿਆਂ ਦਾ ਮਨ ਨੂੰ ਪ੍ਰਬੋਧਨਾ ਹੈ ਜਾਂ ਮਤ ਦੇ ਬੱਚਿਆਂ ਨੂੰ ਇੱਕ ਪਾਸੇ ਲਾਣਾ ਹੈ, ਉਹ ਛੋਟੀ ਉਮਰ 'ਚ ਹੀ ਲੱਗ ਸਕਦਾ ਹੈ। ਸੋ ਇਹ ਕਨਸੈਪਟ ਸੀ ਕਿ ਛੋਟੀ ਉਮਰ ਤੋਂ ਹੀ ਬੱਚਿਆਂ ਨੂੰ ਸਿੰਪਲਿਸਿਟੀ ਵਾਸਤੇ ਪ੍ਰੇਰਿਆ ਜਾਏ, ਤਾਂ ਕਿ ਉਹ ਸਕੂਲ ਜਾਣ, ਇੱਕ ਆਪਣੇ ਡੈਕੋਰਮ ਰਹਿਣ। ਦੂਸਰਾ, ਇੱਥੇ ਬੜੂ ਸਾਹਿਬ ਜਦ ਸਕੂਲ ਖੁੱਲਿਆ, ਕੁਝ ਅਮੀਰਾਂ ਦੇ ਬੱਚੇ ਵੀ ਆਏ, ਕੁਝ ਮਿਡਲ ਕਲਾਸ ਦੇ ਵੀ ਆਏ ਤੇ ਕੁਝ ਗਰੀਬਾਂ ਦੇ ਬੱਚੇ। ਤੇ ਸਕੂਲ ਵਿੱਚ ਵੈਸੇ ਯੂਨੀਫਾਰਮ ਤੇ ਹੁੰਦੀ ਹੈ, ਪਰ ਕੁੜਤਾ ਪਜਾਮਾ ਮਹਾਰਾਜ ਦੇ ਇਹੋ ਜਿਹੀ ਬਖਸ਼ਿਸ਼ ਹੈ ਉਸ ਕੁੜਤੇ ਪਜਾਮੇ ਤੇ ਕਿ ਜਿਹੜਾ ਕਾਸਟ, ਕ੍ਰੀਡ, ਰਿਲੀਜਨ, ਇਸ ਸਭ ਤੋਂ ਉੱਪਰ ਉੱਠ ਕੇ ਨਾ ਬੰਦਾ ਇਹ ਦੇਖਦਾ ਹੈ ਕਿ ਇਹ ਗੁਰੂ ਦਾ ਸਿੱਖ ਹੈ। ਸੋ ਉਹ ਜਿਹੜੀ ਪਹਿਚਾਨ ਬਾਬਾ ਜੀ ਆਪਣੇ ਸਕੂਲਾਂ ਵਿੱਚ ਰੱਖੀ, ਉਹ ਅੱਜ ਵੀ ਮੇਨਟੇਨ ਹੈ। ਇਹੀ ਦਸਤਾਰ, ਇਸੀ ਬਾਣੇ 'ਚ ਬੱਚੇ, ਇੱਕ ਦਿਨ ਬੱਚੇ ਕੁੜੀਆਂ ਨੀਲਾ ਪਾਣਗੇ ਤੇ ਬॉयਜ਼ ਵਾਈਟ ਪਾਉਂਦੇ ਨੇ, ਅਗਲੇ ਦਿਨ ਉਹ ਚੇਂਜ ਹੋ ਜਾਂਦਾ। ਸੋ ਇਹ ਕਨਸੈਪਟ ਸੀ ਕਿ ਸਿੰਪਲਿਸਿਟੀ ਨਾਲ ਅਸੀਂ ਐਜੂਕੇਸ਼ਨ ਦਈਏ, ਬਾਣੀ ਤੇ ਬਾਣੇ ਨਾਲ ਜੋੜੇ ਜਾਵੇ। ਹਾਂਜੀ, ਤੇ ਜਿਹੜੀ ਤੁਹਾਡੀ ਗੱਲ ਹੈਗੀ ਹੈ ਕਿ ਜਿਵੇਂ ਕਾਰਪੋਰੇਟ ਦੇ ਅੰਦਰ ਬੰਦਾ ਜਾਂਦਾ ਹੈ ਪੈਂਟ ਸ਼ਰਟ, ਇਹ ਵੀ ਮੈਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਸਾਡੇ ਮਨ ਦੀ ਲੜਾਈ ਹੁੰਦੀ ਹੈ। ਕਿਉਂਕਿ ਜਦ ਮੈਂ UK ਵੀ ਟਰੈਵਲ ਕੀਤਾ, US ਵੀ ਕੀਤਾ, ਬਹੁਤ ਸਿੰਘ ਇਹੋ ਜਿਹੇ ਮਿਲਦੇ ਨੇ ਜੋ ਕਿ ਸ਼ਾਇਦ ਇਸੀ ਬਾਣੇ ਵਿੱਚ ਵੱਡੀ ਆਰਗੇਨਾਈਜੇਸ਼ਨ ਦੇ CEO, ਓਨਰ, ਫਾਊਂਡਰ ਤੱਕ ਹੈਗੇ ਨੇ। ਸੋ ਇਹ ਆਪਣੀ ਮਨ ਦੀ ਲੜਾਈ ਹੈ, ਪਰ ਇਸ 'ਚ ਕੋਈ ਹਾਰਡ ਐਂਡ ਫਾਸਟ ਰੂਲ ਨਹੀਂ ਹੈ ਕਿ ਕੁੜਤੇ ਪਜਾਮੇ ਨਾਲ ਹੀ ਸਿੱਖੀ ਕਮਾਈ ਜਾ ਸਕਦੀ ਹੈ। ਪਰ ਬਾਬਾ ਜੀ ਦਾ ਇਹੀ ਸੀ ਕਿ ਸਿੰਪਲਿਸਿਟੀ ਰੱਖੀ ਅਸੀਂ, ਮਨ ਦੇ ਅੰਦਰ ਸਾਦਗੀ ਆ ਜਾਏ, ਔਰ ਜਦ ਪਹਿਰਾਵਾ ਸਾਦਗੀ ਵਾਲਾ ਹੋਏਗਾ ਤੇ ਮਨ ਆਪਣੇ ਆਪ ਹੌਲੀ ਕਰਦੇ ਸਾਦਗੀ ਵਾਲੇ ਜੀਵਨ ਵਿੱਚ ਆ ਜਾਏਗਾ। ਸੋ ਇਹ ਕਨਸੈਪਟ ਸੀ ਬਾਬਾ ਜੀ ਦਾ। ਤੇ ਇਹ ਜਿਹੜਾ ਖਾਣਾ ਪੀਣਾ ਜਿਹਦੇ ਵਿੱਚ ਵੈਜ ਦੀ ਗੱਲ ਕੀਤੀ ਗਈ ਹੈ ਤੇ ਕੱਪੜਿਆਂ ਦੀ ਗੱਲ ਕੀਤੀ ਗਈ ਹੈ, ਇਹ ਬਹੁਤ ਮਨੋਵਿਗਿਆਨਿਕ ਪੱਖ ਤੋਂ ਜੇਕਰ ਇਹਦੀ ਗੱਲ ਕੀਤੀ ਜਾਵੇ, ਬਹੁਤ ਡੂੰਘਾਈ ਵਾਲੇ ਵਿਸ਼ੇ ਨੇ ਤੇ ਇਹਨਾਂ ਦੇ ਵਿੱਚ ਇਹ ਦੂਰਦ੍ਰਿਸ਼ਟੀ ਹੁੰਦੀ ਆ ਮਹਾਂਪੁਰਸ਼ਾਂ ਦੀ। ਉਹਨਾਂ ਨੂੰ ਪਤਾ ਹੁੰਦਾ ਆਉਣ ਵਾਲੇ ਸਮੇਂ ਦਾ ਕੀ, ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਕਲਯੁਗ ਦਾ ਭਿਆਨਕ ਸਮਾਂ ਰਹੇਗਾ ਤੇ ਬੱਚਿਆਂ ਨੂੰ ਅਸੀਂ ਕਿਸ ਤਰ੍ਹਾਂ ਬਚਾ ਕੇ ਰੱਖ ਸਕਦੇ ਹਾਂ। ਸਿੰਘ ਸਾਹਿਬ, IT ਦੇ ਖੇਤਰ 'ਚੋਂ ਤੁਸੀਂ ਆਉਂਦੇ ਹੋ, ਤਾਂ IT ਦੇ ਵਿੱਚ ਤੋਂ ਇੱਕਦਮ ਆਰਟਸ ਵਾਲੇ ਖੇਤਰ ਦੇ ਵਿੱਚ ਕਿਵੇਂ ਆਉਣਾ ਹੋਇਆ ਤੇ ਕੁਝ ਕਿਵੇਂ ਦਾ ਅਨੁਭਵ ਰਿਹਾ ਇਹਦਾ ਜੀ? ਮੈਂ ਵੈਸੇ ਜਿਵੇਂ ਆਪ ਜੀ ਨੇ ਦੱਸਿਆ, ਮੈਂ ਮਾਸਟਰਸ ਕੀਤੀ ਸੀ ਕੰਪਿਊਟਰ ਐਪਲੀਕੇਸ਼ਨ ਦੇ ਅੰਦਰ, ਤੇ ਮੈਂ ਬਾਬਾ ਜੀ ਦੀ ਸੇਵਾ 'ਚੋਂ ਆਉਣ ਤੋਂ ਪਹਿਲਾਂ ਲਗਭਗ 14-15 ਸਾਲ ਮੈਂ IT ਵਿੱਚ ਸਰਵ ਕੀਤਾ ਹੈ। ਅਮਰੀਕਾ ਵੀ ਗਿਆ, ਬੈਂਗਲੌਰ ਵੀ ਰਿਹਾ। ਸੋ ਵੱਖ-ਵੱਖ ਬੰਦਿਆਂ ਨਾਲ, ਵੱਖ-ਵੱਖ ਟੀਮਾਂ ਨਾਲ ਕੰਮ ਕੀਤਾ ਹੈ। ਪਰ ਜਦ ਮੈਂ ਇੱਥੇ ਬਾਬਾ ਜੀ ਕੋਲ ਆਇਆ ਤੇ ਮੈਨੂੰ ਬਾਬਾ ਜੀ ਕਹਿੰਦੇ ਕਿ ਤੂੰ IT ਦਾ ਤੇ ਲੈ ਲਿਆ, ਪਰ ਤੂੰ ਹੁਣ ਨਾ ਮਾਸਟਰਸ ਵੀ ਕਰ ਲੈ ਸੋਸ਼ਲ ਵਰਕ ਦੇ ਅੰਦਰ, ਕਿਉਂਕਿ ਉਹਦੇ ਨਾਲ ਕੀ ਹੋਏਗਾ, ਕਿਉਂਕਿ ਅੱਜ ਅਸੀਂ ਜਦ ਵੱਡੀ ਕੰਪਨੀਆਂ ਨੂੰ ਮਿਲਦੇ ਹਾਂ ਜਾਂ ਜਿੱਥੇ ਵੀ ਅਸੀਂ ਜਾ ਕੇ ਪ੍ਰੈਜੈਂਟੇਸ਼ਨ ਦੇਣੀ ਹੈ, ਸਾਨੂੰ ਪਤਾ ਹੋਏ ਕਿ ਸੋਸ਼ਲ ਵਰਕ ਦੀ ਡੈਫੀਨੇਸ਼ਨ ਕੀ ਹੈ। ਵੈਸੇ ਤੇ ਸਿੱਖਾਂ ਦੇ ਤੇ ਖੂਨ 'ਚ ਹੀ ਇਹ ਪਾ ਦਿੱਤਾ ਗਿਆ। ਭਾਈ ਕਨਈਆ ਜੀ ਦਾ ਜੀਵਨ ਦੇਖੀਏ, ਅੱਜ ਰੈੱਡ ਕਰਾਸ ਸੁਸਾਇਟੀ ਜਿਹੜੇ ਆਪਾਂ ਗੱਲ ਕਰਦੇ ਹਾਂ, ਉਹ ਤਾਂ ਸਾਡੇ ਖੂਨ 'ਚ ਹੀ ਪਾਤੀ ਗਈ। ਉਹ ਭਾਈ ਕਨਈਆ ਜੀ ਦੀ ਪ੍ਰੇਰਣਾ ਹੋ ਕੇ ਕਿੰਨੀ ਸਾਰੀ ਚੀਜ਼ਾਂ ਵਿਰਾਸਤ 'ਚੋਂ ਮਿਲੀਆਂ। ਪਰ ਇੱਕ ਦੁਨਿਆਵੀ ਜਿਹੜੀ ਕਹਿੰਦੇ ਨਾ ਦੁਨਿਆਵੀ ਕੁਆਲੀਫਿਕੇਸ਼ਨ ਜਾਂ ਜਿਹੜੀ ਡਿਗਰੀ ਦੁਨਿਆਵੀ ਹੁੰਦੀ ਹੈ, ਉਹ ਸਾਨੂੰ ਇਹ ਦਿਖਾਉਂਦੀ ਕਿ ਆਪਾਂ ਉਹ
ਜਿਹੜੇ ਹੋਰ ਵੱਖ-ਵੱਖ ਧਰਮਾਂ ਦੇ ਬੰਦੇ ਆ ਉਹਨਾਂ ਨਾਲ ਕਿਵੇਂ ਡੀਲ ਕਰਨਾ। ਜੀ ਸੋ ਬਾਬਾ ਜੀ ਨੇ ਹੀ ਪ੍ਰੇਰਣਾ ਦਿੱਤੀ ਕਿ ਬਈ ਤੂੰ ਮਾਸਟਰਸ ਕਰ ਲੈ ਸੋਸ਼ਲ ਵਰਕ ਦੇ ਅੰਦਰ, ਤੇ ਨਾਲ ਹੁਣ ਮੈਨੂੰ ਫਿਰ ਮਾਸਟਰਸ ਇਨ CSR ਇੱਕ ਸਾਡਾ ਹੁੰਦਾ ਕਾਰਪੋਰੇਟ ਸੋਸ਼ਲ ਰਿਸਪੌਂਸਿਬਿਲਿਟੀ, ਜੀ ਉਹ ਵੀ ਹੁਣ ਡਾਕਟਰ ਦਵਿੰਦਰ ਸਿੰਘ ਜੀ ਜੋ ਹੁਣ ਬਾਬਾ ਜੀ ਦੀ ਥਾਂ ਤੇ ਸਾਰੀ ਸੇਵਾ ਸੰਭਾਲ ਰਹੇ ਜੋ ਕਿ ਪ੍ਰੈਜ਼ੀਡੈਂਟ ਹੈਗੇ ਨੇ ਟਰਸਟ ਦੇ, ਜੀ ਉਹਨਾਂ ਨੇ ਮੈਨੂੰ ਪ੍ਰੇਰਣਾ ਦਿੱਤੀ ਕਿ ਬਈ ਤੂੰ ਉਹ ਵਾਲੀ ਡਿਗਰੀ ਵੀ ਕਰ ਲੈ। ਸੋ ਇਹ ਸਾਰੀ ਪ੍ਰੇਰਣਾ ਬਾਬਾ ਜੀ ਵੱਲੋਂ ਹੀ ਹੈ, ਉਹੀ ਰਾਹ ਪਾਉਂਦੇ ਨੇ, ਉਹੀ ਸਮਝਾਉਂਦੇ ਨੇ ਕਿ ਕਿਸ ਤਰੀਕੇ ਨਾਲ ਅੱਗੇ ਚੱਲਣਾ ਹੈ ਬੇਟਾ, ਔਰ ਕਿਸ ਤਰੀਕੇ ਨਾਲ ਅਸੀਂ ਸਿੱਖ ਕੌਮ ਦੀ ਸੇਵਾ ਕਰ ਸਕਦੇ ਹਾਂ। ਸੋ ਇਹ ਮੈਂ ਜਿਵੇਂ ਪਹਿਲੇ ਵੀ ਦੱਸਿਆ ਕਿ ਸਾਡਾ ਇਸ 'ਚ ਕੁਝ ਨਹੀਂ ਹੈ, ਇਹ ਸਿਰਫ ਮਹਾਂਪੁਰਸ਼ਾਂ ਦੀ ਦੇਣ ਹੁੰਦੀ ਹੈ ਸਾਡੇ ਵਰਗੇ ਮੂਰਖਾਂ ਦੇ ਉੱਪਰ ਕਿ ਕਿਸੇ ਤਰੀਕੇ ਨਾਲ ਸਾਨੂੰ ਹੋਰ ਇੱਕ ਰਾਹ ਦਿਖਾ ਸਕਦੇ ਹਾਂ। ਕਿਉਂਕਿ ਜੇ ਅਸੀਂ ਬਾਬਾ ਜੀ ਦਾ ਜੀਵਨ ਦੇਖੀਏ, ਤੁਸੀਂ ਆਪ ਜੀ ਬੜੂ ਸਾਹਿਬ ਹੁਣੇ ਹੋ ਕੇ ਵੀ ਆਏ ਹੋ ਜੀ, ਤੁਸੀਂ ਸੋਚ ਕੇ ਦੇਖੋ, ਇਮੇਜਿਨ ਕਰਕੇ ਦੇਖੋ, ਜਿਸ ਵੇਲੇ ਸੰਤ ਬਾਬਾ ਤੇਜਾ ਸਿੰਘ ਮਹਾਰਾਜ ਗਏ ਸੀ ਪੂਰਾ ਘਣਾ ਜੰਗਲ ਸੀ ਜੀ, ਨਾ ਰੋਡ ਸੀ ਨਾ ਕੁਝ ਸੀ ਜੀ, ਉੱਥੇ ਜਾ ਕੇ ਸੰਤ ਬਾਬਾ ਤੇਜਾ ਸਿੰਘ ਜੀ ਮਹਾਰਾਜ ਅਰਦਾਸ ਕਰਦੇ ਆ ਪਹਿਲੇ ਅਖੰਡ ਪਾਠ ਸਾਹਿਬ ਦੀ, ਜੀ, ਤੇ ਅਰਦਾਸ ਕਰਦੇ ਕਰਦੇ ਪੁੱਬਾ ਮਾਰ ਕੇ ਰੋ ਪੈਂਦੇ ਨੇ, ਬੈਰਾਗ ਆ ਜਾਂਦਾ ਹੈ। ਤੇ ਉਸ ਬੈਰਾਗ ਵਿੱਚ ਕਹਿੰਦੇ ਕਿ ਮਹਾਰਾਜ ਤੁਸੀਂ ਕਦ ਬਰਕਤ ਪਾਓਗੇ ਕਿ ਇੱਥੇ ਦੁਨੀਆ ਦਾ ਹਰ ਕੋਨੇ ਦਾ ਬੰਦਾ ਆ ਕੇ ਇੱਕ ਵਿਦਿਆ ਲਏਗਾ। ਐਜੂਕੇਸ਼ਨ ਤੇ ਚਲੋ ਹਰ ਜਗ੍ਹਾ ਹੀ ਹੈ, ਜਿੱਥੇ ਮਰਜ਼ੀ ਚਲੇ ਜਾਓ, ਪਰ ਜਿਹੜੀ ਵਿਦਿਆ ਦੀ ਗੱਲ ਹੈ ਐਜੂਕੇਸ਼ਨ ਦੇ ਨਾਲ ਨਾਲ ਸਪਿਰਚੁਅਲਿਟੀ ਦੀ, ਉਹ ਕਦ ਸਮਾਂ ਲਿਆਓਗੇ। ਸੋ ਉਸ ਵੇਲੇ ਬਾਬਾ ਜੀ ਉਹਨਾਂ ਦੀ ਸੇਵਾ 'ਚ ਹੁੰਦੇ ਸੀ, ਬਾਬਾ ਇਕਬਾਲ ਸਿੰਘ ਜੀ। ਸੋ ਬਾਬਾ ਜੀ ਦੱਸਦੇ ਸੀ, ਕਹਿੰਦੇ ਸਾਰਿਆਂ ਦੇ ਮਨ ਵਿੱਚ ਸ਼ੰਕਾ ਆਇਆ ਕਿ ਇੱਕ ਜੰਗਲ ਵਿੱਚ ਆ ਕੇ ਕਿੱਥੋਂ ਸਕੂਲ ਬਣੇਗਾ ਤੇ ਕਿੱਥੋਂ ਬੱਚੇ ਆਣਗੇ, ਕਿਸੇ ਨੂੰ ਨਹੀਂ ਸੀ। ਪਰ ਉਹਨਾਂ ਦੇ ਜਿਹੜੇ ਇਸ਼ਟ ਸੰਤ ਬਾਬਾ ਇਕਬਾਲ ਸਿੰਘ ਦੇ ਇਸ਼ਟ, ਉਹਨਾਂ ਨੇ ਇੱਕ ਚੀਜ਼ ਦਿਲ ਨਾਲ ਭਰੋਸਾ ਕਰ ਲਿਆ ਕਿ ਜੇ ਮਹਾਂਪੁਰਸ਼ਾਂ ਨੇ ਅਰਦਾਸ ਕੀਤੀ ਹੈ ਤੇ ਉਹ ਸਭ ਕੁਝ ਹੋਏਗਾ, ਔਰ ਅੱਜ ਸਭ ਕੁਝ ਹੋ ਰਿਹਾ ਹੈ। ਅੱਜ ਉਹੀ ਚੀਜ਼ਾਂ ਹੋਈ, ਤਾਂ ਉਹ ਭਰੋਸਾ ਬਾਬਾ ਜੀ ਨੇ ਹੀ ਸਿਖਾਇਆ ਕਿ ਆਪਣੇ ਜੇ ਕੋ ਬਚਨ ਕਮਾਵੇ ਸੰਤਨ ਕਾ। ਸੋ ਉਹ ਬਚਨ ਕਮਾਇਆ, ਉਹਨਾਂ ਨੇ ਕਿਹਾ ਕਿ ਸੰਤ ਬਾਬਾ ਤੇਜ ਸਿੰਘ ਮਹਾਰਾਜ ਨੇ ਸੰਤ ਬਾਬਾ ਇਕਬਾਲ ਸਿੰਘ ਜੀ ਨੂੰ ਕਿਹਾ, ਕਾਕਾ ਇਹ ਸਭ ਕੁਝ ਹੋਏਗਾ, ਔਰ ਅੱਜ ਸਭ ਕੁਝ ਸਾਰੀ ਦੁਨੀਆ ਦੇ ਸਾਹਮਣੇ ਹੈਗਾ ਕਿ ਕਿਸ ਤਰੀਕੇ ਨਾਲ ਉੱਥੇ ਸਕੂਲ ਚੱਲ ਰਿਹਾ ਹੈ। ਹੁਣ ਜਦ ਅਸੀਂ ਇੰਨਾ ਵੱਡਾ ਮਿਸ਼ਨ ਚਲਾਉਂਦੇ ਆ ਤੇ ਉਸ ਮਿਸ਼ਨ ਦੇ ਅੰਦਰ ਕੁਝ ਕਮੀਆਂ ਵੀ ਰਹਿ ਜਾਂਦੀਆਂ, ਕਿਉਂਕਿ ਬਾਬਾ ਜੀ ਕਹਿੰਦੇ ਸੀ ਜਿਹੜਾ ਕੰਮ ਕਰੇਗਾ ਉਹੀ ਗਲਤੀਆਂ ਕਰੇਗਾ, ਜਿਹਨੇ ਕੰਮ ਹੀ ਨਹੀਂ ਕਰਨਾ ਉਹ ਦੂਜੇ ਦੀ ਸਿਰਫ ਗਲਤੀਆਂ ਨੂੰ ਕੱਢੇਗਾ। ਸੋ ਇੰਨੀ ਵੱਡੀ ਇੱਕ ਮਿਸ਼ਨ ਦੇ ਅੰਦਰ ਅੱਜ 129 ਸਕੂਲਾਂ ਦੀ ਫੁਲਵਾੜੀ ਵੱਖ-ਵੱਖ ਥਾਵਾਂ ਦੇ ਪੰਜਾਬ, ਹਰਿਆਣਾ, ਜਿੱਥੇ ਸਾਡੇ ਸਿੱਖ ਭਰਾ ਹੈਗੇ ਨੇ ਜਾਂ ਹੋਰ ਵੀ ਧਰਮਾਂ ਦੇ ਜਿਹੜੇ ਲੋਕ ਰਹਿੰਦੇ, ਜਿਹੜਾ ਗੁਰੂ ਨਾਲ ਗੁਰੂ ਕਹਿੰਦੇ ਨਾ ਗੁਰਬਾਣੀ ਨਾਲ ਪਿਆਰ ਕਰਦੇ ਨੇ, ਉਹਨਾਂ ਨੂੰ ਕਿਸ ਤਰੀਕੇ ਨਾਲ ਬਚਾਉਣਾ, ਸੇਵਾ ਸਕੂਲ ਚਲਾਣੇ ਬੜਾ ਔਖਾ ਕੰਮ ਹੈ ਜੀ। ਹਰ ਸਟੇਟ ਦੇ ਆਪਣੇ ਰੂਲਸ ਹੈ, ਇੱਕ ਜੇ ਦੇਖਿਆ ਜਾਵੇ ਆਪਣਾ ਘਰ ਹੀ ਚਲਾਉਣਾ ਬੜਾ ਬਹੁਤ ਮੁਸ਼ਕਿਲ ਹੈ ਜੀ। ਹਾਂਜੀ, ਇਹ ਤੇ ਹਰ ਸਟੇਟ ਦੇ ਅੰਦਰ ਅਲੱਗ ਰੂਲਸ ਨੇ ਜੀ, ਕਿਤੇ ਕੋਈ ਦੂਜੀ ਸਰਕਾਰ ਹੈ, ਕਿਤੇ ਤੀਜੀ ਸਰਕਾਰ ਹੈ, ਤਾਂ ਸਾਰਿਆਂ ਨੂੰ ਨਾਲ ਲੈ ਕੇ ਕਿਸ ਤਰੀਕੇ ਨਾਲ ਇਹਨਾਂ ਸਕੂਲਾਂ ਨੂੰ ਚਲਾਉਣਾ। ਤੇ ਜਿਹੜੇ ਪ੍ਰਿੰਸੀਪਲਸ ਨੇ ਕਿ ਨਿਤਨੇਮ ਬੱਚਿਆਂ ਨੂੰ ਦੇਖੋ, ਹੁਣ ਅਸੀਂ ਪੂਰੀ ਦੁਨੀਆ ਦੇ ਗੁਰਦੁਆਰੇ ਕੈਲਕੂਲੇਟ ਕਰ ਲਈਏ ਜੀ, ਇੱਥੇ 70,000 ਬੱਚਾ ਆਪਣੀ ਦੁਨਿਆਵੀ ਪੜ੍ਹਾਈ ਲੈਣ ਤੋਂ ਪਹਿਲਾਂ ਨਿਤਨੇਮ ਦਾ ਪਾਠ ਕਰਦਾ ਹੈ, ਫਿਰ ਦੁਨਿਆਵੀ ਪੜ੍ਹਾਈ ਲੈਂਦਾ। ਸੋ ਇਹ ਮਿਸਾਲਾਂ ਬਾਬਾ ਜੀ ਨੇ ਖੜੀ ਕੀਤੀਆਂ ਕਿ ਮੈਨੂੰ ਲੱਗਦਾ ਨਹੀਂ ਕਿ ਅਸੀਂ ਕਿਸੇ ਵੀ ਗੁਰਦੁਆਰੇ ਚਲੇ ਜਾਏ, ਲੁਧਿਆਣਾ ਸ਼ਹਿਰ ਦੇ ਗੁਰਦੁਆਰੇ ਮੈਂ ਦਾਸ ਉੱਥੇ ਜਾਂਦਾ ਰਹਿੰਦਾ ਜੀ, ਕਿ ਸਵੇਰੇ 4 ਜਾਂ 5 ਸ਼ਰੀਰ ਹੁੰਦੇ ਨੇ, ਕਿ ਜਿਹੜਾ ਆਸਾ ਦੀ ਦੀਵਾਰ ਕਹਿ ਲਓ ਜਾਂ ਨਿਤਨੇਮ ਤੇ ਕਹਿ ਲਓ। ਤੇ ਕਿੰਨੀ ਵੱਡੀ ਮਿਸਾਲ ਹੈ ਕਿ ਪਹਿਲੇ ਅਗਰ ਉਹਦੇ ਚ ਵੀ ਯੂਥ ਬੜਾ ਲੋਪ ਰਹਿੰਦਾ। ਹਾਂਜੀ, ਲੋਪ ਰਹਿੰਦਾ। ਸਾਡੇ ਯਾਨੀ ਗੁਰਦੇਵ ਸਿੰਘ ਜੀ ਹੁਣੇ ਆਏ ਸੀ, ਜਿਹੜੇ ਦਰਬਾਰ ਸਾਹਿਬ ਦੇ ਕੀਰਤਨੀ ਹੈਗੇ ਨੇ ਜੀ, ਤੇ ਬੜੂ ਸਾਹਿਬ ਉਹਨਾਂ ਨੇ ਉੱਥੇ ਹਾਜ਼ਰੀ ਭਰੀ ਸੀ। ਤੇ ਜਦੋਂ ਕੀਰਤਨ ਕਰਨ ਬੈਠੇ ਸਟੇਜ ਤੇ ਨਾ, ਸਾਰੇ ਬੱਚੇ ਛੋਟੇ ਛੋਟੇ ਬੈਠੇ ਸੀ, ਤੇ ਉਹਨੇ ਕਹਿੰਦੇ ਕਿ ਮੈਨੂੰ ਨਾ ਅੱਜ ਦਰਬਾਰ ਸਾਹਿਬ ਤੋਂ ਬਾਅਦ ਇੱਥੇ ਆ ਕੇ ਇੱਕ ਅਲੱਗ ਆਨੰਦ ਆਇਆ, ਕਿਉਂਕਿ ਮੈਂ ਜਿੱਥੇ ਵੀ ਕੀਰਤਨ ਤੇ ਗਿਆ ਮੈਨੂੰ ਬੱਚੇ ਨਹੀਂ ਦਿਖੇ ਜੀ। ਸੋ ਕਹਿੰਦੇ ਮੈਨੂੰ ਨਹੀਂ ਪਤਾ ਤੁਸੀਂ, ਕਿਉਂਕਿ ਪਹਿਲੀ ਵਾਰ ਆਏ ਸੀ, ਕਹਿੰਦੇ ਤੁਸੀਂ ਕੀ ਕਰ ਰਹੇ ਹੋ, ਮੈਂ ਹਲੇ ਸਮਝਾਂਗਾ, ਮੈਂ ਸਾਰਾ ਦੇਖਾਂਗਾ, ਪਰ ਮੈਨੂੰ ਇਸ ਚੀਜ਼ ਦਾ ਮਾਣ ਔਰ ਬੜੂ ਸਾਹਿਬ ਤੇ ਹੈਗਾ ਕਿ ਘੱਟੋ ਘੱਟ ਇਹ ਬੱਚਿਆਂ ਨੂੰ ਸੰਗਤ ਵਿੱਚ ਬਿਠਾਣਾ ਸਿਖਾ ਰਹੇ ਨੇ ਕਿ ਜਦ ਸੰਗਤ ਵਿੱਚ ਬੱਚਾ ਬੈਠਣਾ ਸਿੱਖ ਗਿਆ, ਉਹਦੇ ਕੰਨਾਂ ਵਿੱਚ ਬਾਣੀ ਜਾਣੀ ਸ਼ੁਰੂ ਹੋ ਗਈ, ਤਾਂ ਆਟੋਮੈਟਿਕਲੀ ਚੇਂਜ ਆਏਗਾ। ਸੋ ਇਹ ਉਹਨਾਂ ਨੇ ਬੜੀ ਵੱਡੀ ਸਟੇਜ ਤੇ ਗੱਲ ਕਹੀ ਕਿ ਮੈਨੂੰ ਇਹ ਚੀਜ਼ ਬੜਾ ਖੁਸ਼ੀ ਹੋਈ, ਮਾਣ ਹੁੰਦਾ ਹੈ ਕਿ ਤੁਸੀਂ ਇੰਨੇ ਬੱਚਿਆਂ ਨੂੰ ਮੇਰੇ ਸਾਹਮਣੇ ਬਿਠਾਤਾ। ਤੇ ਉਹਨਾਂ ਨੇ ਕੀਰਤਨ ਵੀ ਉਹੀ ਕੀਤਾ ਜੋ ਬੱਚਿਆਂ ਨੂੰ ਜ਼ੁਬਾਨੀ ਯਾਦ ਹੁੰਦਾ ਨਾ, ਜਿਵੇਂ ਤਾਤੀ ਵਾਉਣਾ ਲੱਗ ਗਈ, ਉਹ ਸ਼ਬਦ, ਤਾਂ ਕਿ ਬੱਚੇ ਨਾਲ ਨਾਲ ਉਹਨਾਂ ਨੂੰ ਗਾਣ, ਪੜ੍ਹਨ, ਸੁਣਨ। ਸੋ ਇੱਕ ਅਲੱਗ ਇੱਕ ਗੱਲ ਐਡ ਕਰਨੀ ਚਾਹਾਂਗਾ ਸਿੰਘ ਸਾਹਿਬ, ਕਿ ਬੱਚੇ ਦਾ ਜੋ ਮਨ ਹੁੰਦਾ ਬੜਾ ਕੋਮਲ ਹੁੰਦਾ, ਜਿਹੜਾ ਉਹਦਾ ਹਿਰਦਾ ਹੁੰਦਾ ਬੜਾ ਪਿਆਰਾ ਹੁੰਦਾ। ਜੋ ਵੀ ਉਹਦੇ ਉੱਪਰ ਤੁਸੀਂ ਲਿਖ ਦੋਗੇ ਬਚਪਨ ਦੇ ਵਿੱਚ, ਉਹ ਸਾਰੀ ਤਮਾਮ ਉਮਰ ਰਹੇਗਾ। ਇਸ ਕਰਕੇ ਬਚਪਨ ਦੇ ਵਿੱਚ ਜਿਹੜੀ ਹੈ ਤਾਲੀਮ ਮਿਲਣੀ, ਅਸਲ ਵਿੱਦਿਆ ਜਿਹੜੀ ਗੁਰਮਤਿ ਦੀ ਵਿੱਦਿਆ, ਅਧਿਆਤਮਿਕ ਵਿੱਦਿਆ ਜਿਹੜੀ ਦੁਨਿਆਵੀ ਵਿੱਦਿਆ ਦੇ ਨਾਲ ਨਾਲ ਇਹ ਬੜੀ ਮਾਇਨੇ ਰਖਾਉਂਦੀ ਹੈ। ਤੇ ਅਪਡੇਟ ਦੀ ਗੱਲ ਕੀਤੀ ਜਾਵੇ, ਹੁਣ ਕੰਪਿਊਟਰ ਦਾ ਯੁੱਗ ਹੈ ਜੀ, ਤੇ ਤੁਹਾਡਾ ਵੀ ਜਿਹੜਾ ਪਿਛੋਕੜਾ ਕੰਪਿਊਟਰ ਦੀ ਲਾਈਨ ਦੇ ਨਾਲ ਹੀ ਹੈ। ਤੇ ਇਹਨਾਂ ਸਾਰੀਆਂ ਅਕੈਡਮੀਆਂ ਦੇ ਵਿੱਚ ਬੱਚਿਆਂ ਨੂੰ ਤੁਸੀਂ ਕਿਵੇਂ ਅਪਡੇਟ ਕਰਦੇ ਹੋ, ਕੰਪਿਊਟਰ ਦੇ ਨਾਲ ਕਿਵੇਂ ਜਿਹੜੇ ਸਿੱਖਿਆ ਉਹ ਕਿਸ ਲੈਵਲ ਦੀ ਦਿੱਤੀ ਜਾਂਦੀ ਹੈ, ਤੇ ਜਿਹੜਾ ਕੰਪਿਊਟਰ ਦਾ ਕੰਮ ਕਿਵੇਂ ਚੱਲ ਰਿਹਾ ਜੀ ਅਕੈਡਮੀਆਂ 'ਤੇ? ਇਹਨਾਂ ਵਿੱਚ ਜਿੰਨੀ ਵੀ ਸਾਡੀਆਂ ਅਕੈਡਮੀਆਂ ਹੈ, ਇਹ ਸਾਰੀ CBSE
ਬੋਰਡ ਦੇ ਐਫੀਲੀਏਟਡ, ਹਾਂਜੀ CBSE ਬੋਰਡ ਦੇ ਅੰਦਰ ਆਉਂਦੀ ਹੈ ਤੇ ਇੰਗਲਿਸ਼ ਮੀਡੀਅਮ ਸਕੂਲ ਹੈਗੇ ਨੇ ਤੇ ਡੇ ਬੋਰਡਿੰਗ ਸਕੂਲ ਹੈ। ਸੋ ਇੱਕ CBSE ਦਾ ਨੋਰਮ ਹੈਗਾ ਕਿ ਕੋਈ ਵੀ ਸਕੂਲ ਜਿਹਨੂੰ ਐਫੀਲੀਏਸ਼ਨ ਚਾਹੀਦੀ ਹੈ ਜਾਂ ਜੋ ਉਸ ਪੈਟਰਨ ਤੇ ਚੱਲ ਰਿਹਾ ਉਹਨਾਂ ਨੂੰ ਘੱਟ ਤੋਂ ਘੱਟ ਇੱਕ ICT ਲੈਬ ਜਿਹਨੂੰ ਕੰਪਿਊਟਰ ਲੈਬ ਕਹਿੰਦੇ ਨੇ, ਮੁੱਢਲੀਆਂ ਸ਼ਰਤਾਂ ਹੁੰਦੀਆਂ ਹਰ ਇੱਕ ਬੋਰਡ ਦੀਆਂ ਆਪਣੀਆਂ, ਤੇ ਉਹਨਾਂ ਨੂੰ ਉਹ ਚਾਹੀਦਾ ਜਿਹਦੇ ਅੰਦਰ ਘੱਟ ਤੋਂ ਘੱਟ 25 ਤੋਂ 30 ਕੰਪਿਊਟਰ ਸਾਨੂੰ ਚਾਹੀਦੇ ਨੇ। ਸੋ ਜਿਸ ਵੇਲੇ ਸਾਡੀ ਅਕੈਡਮੀਆਂ ਬਣਨੀ ਸ਼ੁਰੂ ਹੋਈ, ਇੱਕ ਅਕੈਡਮੀ ਤੋਂ 20 ਅਕੈਡਮੀ ਆਏ, ਫਿਰ 30 ਆਏ, 40 ਆਏ, 129 ਤੱਕ ਪਹੁੰਚੇ। ਕਈਆਂ ਦੇ ਅੰਦਰ ਕੰਪਿਊਟਰ ਲੱਗ ਗਏ, ਕਈਆਂ ਦੇ ਅੰਦਰ ਨਹੀਂ ਲੱਗੇ, 2006 ਚ ਲੱਗੇ, 2007 ਚ ਲੱਗੇ, ਅੱਜ 2023 ਚੱਲ ਰਿਹਾ ਜੀ। ਸੋ ਲਾਸਟ ਈਅਰ ਅਸੀਂ ਇਹ ਫੈਸਲਾ ਕੀਤਾ ਕਿਉਂਕਿ ਅੱਜ ਟੈਕਨੋਲੋਜੀ ਬੜੀ ਐਡਵਾਂਸ ਹੋ ਗਈ ਹੈ, ਕਿਉਂਕਿ ਸਾਰਾ ਕੰਪਿਊਟਰ ਦਾ ਯੁੱਗ ਹੈ ਜੀ। ਔਰ ਜਿਹੜਾ ਕੰਪਿਊਟਰ ਪਹਿਲਾਂ ਆਉਂਦਾ ਸੀ ਉਹਦੇ ਅੰਦਰ ਔਰ ਅੱਜ ਦੇ ਕੰਪਿਊਟਰ 'ਚ ਬਹੁਤ ਕੁਝ ਫਰਕ ਹੈ, ਕਿਉਂਕਿ ਕੋਵਿਡ ਦੇ ਬਾਅਦ ਤੇ ਸਭ ਕੁਝ ਹੀ ਆਨਲਾਈਨ ਹੋ ਗਿਆ ਜੀ ਸਾਡਾ। ਸੋ ਅਸੀਂ ਇਹ ਫੈਸਲਾ ਲਿੱਤਾ ਕਿ ਸਾਨੂੰ ਹਰ ਅਕੈਡਮੀ ਦੇ ਅੰਦਰ ਘੱਟੋ ਘੱਟ 25 ਜਾਂ 30 ਕੰਪਿਊਟਰ ਲਾਣੇ ਹੀ ਲਾਣੇ ਆ। ਸੋ ਲਾਸਟ ਈਅਰ ਅਸੀਂ ਸੰਗਤ ਦੇ ਸਹਿਯੋਗ ਨਾਲ US UK ਕੈਨੇਡਾ ਜਿੱਥੇ ਸੰਗਤ ਬੈਠੀ ਹੈ ਜਾਂ ਹੋਰ ਵੀ ਜਿਹੜੇ ਪ੍ਰੇਮ ਕਰਦੇ ਇਸ ਮਿਸ਼ਨ ਐਜੂਕੇਸ਼ਨ ਦੇ ਮਿਸ਼ਨ ਨੂੰ, ਅਸੀਂ ਸਾਰਿਆਂ ਨੂੰ ਬੇਨਤੀ ਕੀਤੀ ਤੇ ਅਸੀਂ ਲਾਸਟ ਈਅਰ ਕੁਝ ਟਰਸਟ ਵੱਲੋਂ 1500 ਕੰਪਿਊਟਰ ਅਸੀਂ ਪਰਚੇਜ਼ ਕੀਤੇ ਜੋ ਕਿ ਸਾਡੇ ਆਲਰੇਡੀ ਇੰਸਟਾਲਡ ਹੋ ਚੁੱਕੇ ਨੇ ਜੀ। ਸੋ ਇਸ ਸਾਲ ਵੀ ਸਾਡਾ ਟਾਰਗੇਟ ਹੈਗਾ ਕਿ ਅਸੀਂ ਘੱਟੋ ਘੱਟ 800 ਕੰਪਿਊਟਰ ਨੇ ਹੋਰ ਇੰਸਟਾਲ ਕਰਨੇ ਨੇ ਜੋ ਕਿ ਬਾਕੀ ਅਕੈਡਮੀਆਂ ਬਚ ਗਈਆਂ ਨੇ ਜੀ। ਇਹ ਤੇ ਹੋ ਗਿਆ ਇੱਕ ਪ੍ਰੋਜੈਕਟ। ਹੁਣ ਦੂਸਰਾ ਪ੍ਰੋਜੈਕਟ ਜਿਹੜਾ ਇਹਦੇ ਨਾਲ ਜਿਹੜਾ ਕੰਪਿਊਟਰ ਤੋਂ ਰਿਲੇਟਡ ਹੈਗਾ, ਆਪ ਜੀ ਨੇ ਦੇਖਿਆ ਹੋਏਗਾ ਕਿ ਸਾਡੇ ਪੰਜਾਬ ਤੋਂ ਕਾਫੀ ਸਿੱਖ ਬਾਹਰ ਜਾਣਾ ਚਾਹੁੰਦੇ ਨੇ ਜੀ, ਔਰ ਲਗਾਤਾਰ ਉਹ ਆਈਲੈਟਸ ਦੀ ਟ੍ਰੇਨਿੰਗ ਵੀ ਲੈ ਰਹੇ ਨੇ। ਪਰ ਕੀ ਹੁੰਦਾ ਹੈ ਕਿਉਂਕਿ ਬੋਰਡ ਉਹਨਾਂ ਦਾ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਉਹਨਾਂ ਦੀ ਜਿਹੜੀ ਲੈਂਗੁਏਜ ਸਪੀਕਿੰਗ ਹੁੰਦੀ ਹੈ ਉਹ ਸਹੀ ਨਹੀਂ ਹੁੰਦੀ, ਉਚਾਰਨ 'ਚ ਥੋੜੀ ਸਮੱਸਿਆ ਆ ਜਾਂਦੀ ਹੈ ਕਿਉਂਕਿ ਜਿਹੜਾ ਐਕਸੈਂਟ ਹੁੰਦਾ ਉਹ ਵੀ ਜਿਵੇਂ ਐਂਡ ਜਾਂ ਪੰਜਾਬੀ ਟੱਚ ਆ ਜਾਂਦਾ ਜਿਹਦੇ ਕਾਰਨ ਉਹ ਨਹੀਂ ਕਲੀਅਰ ਕਰ ਪਾਉਂਦੇ। ਫਿਰ ਉਹ ਏਜੰਟਾਂ ਨੂੰ ਜਾਂ ਇਹੋ ਜਿਹੇ ਇੰਸਟੀਟਿਊਟਸ ਵਾਲਿਆਂ ਨੂੰ ਪੈਸੇ ਦੇ ਕੇ 2-2 3-3 ਵਾਰ ਆਈਲੈਟਸ ਕਰਦੇ ਨੇ ਜੀ। ਸੋ ਅਸੀਂ ਹੁਣ ਕੀ ਕਰ ਰਹੇ ਹਾਂ, ਅਸੀਂ ਆਲਮੋਸਟ ਕਈ ਸਕੂਲਾਂ 'ਚ ਅਸੀਂ ਡਿਵੈਲਪ ਕਰ ਵੀ ਚੁੱਕੇ ਨੇ ਮਾਡਲ। ਉਹ ਇਹ ਹੈ ਕਿ ਅਸੀਂ ਹਰ ਸਕੂਲ ਦੇ ਅੰਦਰ ਇੱਕ ਲੈਂਗੁਏਜ ਲੈਬ ਡਿਵੈਲਪ ਕਰ ਰਹੇ ਹਾਂ ਜੀ। ਲੈਂਗੁਏਜ ਲੈਬ ਦਾ ਮਤਲਬ ਕੀ ਹੈ ਕਿ ਜਿਹੜੇ ਬੱਚੇ ਕਮਿਊਨੀਕੇਸ਼ਨ ਕਰਦੇ ਨੇ, ਇੱਕ ਸੁਣਨ ਦਾ ਜੀ ਤੇ ਇੱਕ ਬੋਲਣ ਦਾ, ਉਹ ਦੋਨੋਂ ਠੀਕ ਹੋਣੇ ਚਾਹੀਦੇ ਨੇ ਤਾਂ ਹੀ ਉਹਨਾਂ ਦੇ ਅੱਗੇ ਜਾ ਕੇ ਭਾਵੇਂ ਉਹ ਕੈਨੇਡਾ ਜਾਣ ਭਾਵੇਂ ਅਮਰੀਕਾ ਜਾਣ। ਅਸੀਂ ਇਹ ਨਹੀਂ ਕਹਿੰਦੇ ਕਿ ਬੱਚੇ 12ਵੀਂ ਤੋਂ ਬਾਅਦ ਕੈਨੇਡਾ ਜਾਣ, ਕਿਉਂਕਿ ਇਹ ਵੀ ਇੱਕ ਪ੍ਰੋਬਲਮ ਹੈਗੀ ਹੈ ਜੋ ਆਪਾਂ ਬਾਅਦ ਵਿੱਚ ਡਿਸਕਸ ਕਰਾਂਗੇ ਜੀ। ਸਾਡਾ ਇਹ ਹੁੰਦਾ ਹੈ ਕਿ ਬੱਚੇ ਜੇ ਬਾਹਰ ਜਾਣ ਤੇ ਉਹ ਕੁਝ ਕਾਲਰ ਜੌਬਸ ਕਰਨ। 12ਵੀਂ ਤੋਂ ਬਾਅਦ ਜਾ ਕੇ ਬੱਚਾ ਸਿਰਫ ਪੈਟਰੋਲ ਪੰਪ ਤੇ ਕੰਮ ਕਰ ਰਿਹਾ ਜੀ, ਇੱਥੋਂ ਜ਼ਮੀਨਾਂ ਵੇਚ ਕੇ ਪੈਟਰੋਲ ਪੰਪ ਤੇ ਕੰਮ ਕਰ ਰਹੇ ਨੇ। ਸੋ ਉਹਨਾਂ ਨੂੰ ਅਸੀਂ ਮੋਟੀਵੇਟ ਕਰ ਰਹੇ ਹਾਂ ਕਿ ਬਈ ਤੁਹਾਡਾ ਪਹਿਲੇ ਬੇਸ ਫਾਊਂਡੇਸ਼ਨ ਸਟਰੋਂਗ ਹੋਏ। ਸੋ ਉਹ ਲੈਂਗੁਏਜ ਲੈਬ ਦੇ ਅੰਦਰ ਵੀ ਸਾਨੂੰ ਘੱਟੋ ਘੱਟ 25 ਕੰਪਿਊਟਰ ਹਰ ਲੈਬ ਵਿੱਚ ਲੱਗਦੇ ਨੇ। ਉਹਦਾ ਇੱਕ ਸੌਫਟਵੇਅਰ ਅਲੱਗ ਚੱਲਦਾ ਜਿਹਦੇ ਅੰਦਰ ਬੱਚਿਆਂ ਦਾ ਜਿਹੜਾ ਐਕਸੈਂਟ ਹੈਗਾ ਉਹਨੂੰ ਅਸੀਂ ਨਿਊਟਰਲਾਈਜ਼ ਕਰਦੇ ਹਾਂ ਤਾਂ ਕਿ ਜਦ ਵੀ ਉਹ ਗੱਲ ਕਰੇ ਬੋਲੇ ਉਹਦੇ ਅੰਦਰ ਉਹ ਸੌਫਟ ਸਕਿੱਲਸ ਹੋਣ, ਉਹ ਇੱਕ ਲੈਬ ਬਣ ਜਾਵੇ, ਹਾਂ ਇੱਕ ਸਲੀਕਾ ਬਣ ਜਾਏ। ਕੱਲ ਨੂੰ ਜਿੱਥੇ ਉਹ ਇੰਟਰਵਿਊ ਜਾਏ ਤੇ ਉਹਨੂੰ ਅੰਦਰ ਲੱਗੇ ਕਿ ਇਹ ਪੜ੍ਹਿਆ ਲਿਖਿਆ ਬੱਚਾ, ਸ਼ਖਸੀਅਤ ਦੇ ਵਿੱਚ ਆਪਣੇ ਆਪ ਬਦਲਾਅ ਆ ਜਾਏ। ਹਾਂਜੀ, ਬਦਲਾਅ ਆ ਜਾਏ। ਸੋ ਉਹ ਵੀ ਇੱਕ ਪ੍ਰੋਜੈਕਟ ਹੈ ਜੋ ਕਿ ਅਸੀਂ 6 ਮੈਂ ਤੁਹਾਨੂੰ ਦੱਸਿਆ ਜਿਵੇਂ 800 ਕੰਪਿਊਟਰ ਉਹ ਲੱਗਣੇ ਤੇ ਕੋਈ 400 ਕੰਪਿਊਟਰ ਉਸ ਲੈਬ ਦੇ ਅੰਦਰ ਲੱਗਣੇ। ਸੋ ਇਹ ਕਿਸੇ ਤਰ੍ਹਾਂ ਦਾ ਪ੍ਰੈਸ਼ਰ ਜਾਂ ਦਬਾਅ CBSE ਬੋਰਡ ਦੇ ਵੱਲੋਂ ਵੀ ਜਲਦੀ ਤੋਂ ਜਲਦੀ ਕੰਪਲੀਟ ਕੀਤੀ ਜਾਵੇ? ਨਹੀਂ, ਇਸ ਤਰ੍ਹਾਂ ਦਾ ਕੋਈ ਦਬਾਅ ਨਹੀਂ ਹੈ, ਪਰ ਜੇ ਅਸੀਂ ਕਰ ਲੈਂਦੇ ਤਾਂ ਸਾਡੇ ਬੱਚਿਆਂ ਦਾ ਫਾਇਦਾ ਹੈ। ਇਨ ਫਿਊਚਰ ਉਹਨਾਂ ਦੀ ਰਿਕਮੈਂਡੇਸ਼ਨ ਹਮੇਸ਼ਾ ਹੀ ਬੈਟਰ ਰਹਿੰਦੀ ਹੈ ਕਿਉਂਕਿ CBSE ਦੀ ਗਾਈਡਲਾਈਨਸ ਡੇਲੀ ਚੇਂਜ ਹੋ ਰਹੀਆਂ ਨੇ ਜੀ। ਬਟ ਅਸੀਂ ਵੀ ਇਹ ਚਾਹੁੰਦੇ ਹਾਂ ਕਿ ਜੇ ਬੱਚਾ ਸਾਡੇ ਸਕੂਲ ਵਿੱਚ ਆਏ ਜਿੱਥੇ ਅਸੀਂ ਉਹਨੂੰ ਗੁਰਮਤ ਦੀ ਵਿੱਦਿਆ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਜੀ, ਉਹ ਦੁਨਿਆਵੀ ਵੀ ਸਟਰੋਂਗ ਹੋਏ ਤਾਂ ਕਿ ਉਹ ਦੋਨੋਂ ਪੱਖ ਦੇ ਉੱਪਰ ਚੱਲ ਸਕੇ। ਇਹ ਨਹੀਂ ਕਿ ਸਿਰਫ ਗੁਰਮਤ ਦੀ ਗੱਲ ਕਰੇ, ਕਿਉਂਕਿ ਅੱਜ ਤੁਹਾਨੂੰ ਪਤਾ ਹੈ ਕਿ ਬੱਚੇ ਨੇ ਜੌਬ ਕਰਨੀ ਹੈ, ਰੋਟੀ ਖਾਣੀ ਹੈ, ਕਿਰਤ ਜ਼ਰੂਰੀ ਹੈ। ਕਿਰਤ ਜ਼ਰੂਰੀ ਹੈ ਤੇ ਕਿਰਤ ਜਿਹੜੀ ਹੈਗੀ ਹੈ ਉਹ ਦੇਖੋ ਕਿਸੇ ਵੀ ਕੰਪਨੀ ਚਲੇ ਜਾਓ, IT ਅਕਾਊਂਟਸ, ਤੁਹਾਨੂੰ ਇੰਗਲਿਸ਼ ਬੇਸਿਕ ਕ੍ਰਾਈਟੇਰੀਆ ਹੈ। ਇੰਗਲਿਸ਼ ਤੇ ਕੰਪਿਊਟਰ ਤੋਂ ਬਿਨਾਂ ਸਾਡੇ ਥੋੜਾ ਟਾਈਮ ਪਹਿਲਾਂ ਕੁਝ ਸ਼ਰਾਰਤੀ ਜਿਹੜੇ ਲੋਕ ਹੈਗੇ ਨੇ ਜਿਵੇਂ ਦੱਸਿਆ ਸੀ ਕਿ ਕੋਈ ਨਾ ਕੋਈ ਨਿੰਦੇ ਰਹਿੰਦੇ ਨੇ। ਸੋ ਕਿਸੇ ਨੇ ਕੋਈ ਵੀਡੀਓ ਪਾਤੀ ਜੀ ਕਿ ਸਕੂਲ ਵਿੱਚ ਪੰਜਾਬੀ ਵਾਸਤੇ ਰੋਕ ਲਗਾਉਂਦੇ ਨੇ। ਸੋ ਉਹ ਜਿਹੜੀ ਵੀਡੀਓ ਸੀ ਉਹ ਕਿਸੇ ਨੇ ਭਾਵ ਸਮਝਿਆ, ਕਿਸੇ ਨੇ ਨਹੀਂ ਸਮਝਿਆ। ਉਹ ਅਸੀਂ ਕੋਈ ਰੋਕ ਨਹੀਂ ਲਗਾਉਂਦੇ ਜੀ। ਦੇਖੋ ਨਿਤਨੇਮ ਸਾਰਾ ਪੰਜਾਬੀ ਚ ਹੋਣਾ ਹੈ, ਡਿਵਿਨਿਟੀ ਸਾਰੀ ਪੰਜਾਬੀ ਚ ਹੋਣੀ ਹੈ। ਇਹ ਹੈ ਕਿ ਹਾਂ ਜਦ ਇੰਗਲਿਸ਼ ਦਾ ਲੈਕਚਰ ਹੈਗਾ ਤੇ ਬੱਚਿਆਂ ਨੂੰ ਜੇ ਇੰਗਲਿਸ਼ ਵਿੱਚ ਗੱਲ ਨਹੀਂ ਕਰਾਂਗੇ ਜਾਂ ਉਹਨੂੰ ਨਹੀਂ ਪ੍ਰੇਰਨਾ ਦੇਵਾਂਗੇ ਤਾਂ ਉਹਨਾਂ ਦੀ ਕਮਿਊਨੀਕੇਸ਼ਨ ਤੇ ਸਹੀ ਹੋਏਗੀ ਨਹੀਂ। ਹੁਣ ਤੁਸੀਂ ਕੋਈ ਵੀ ਭਾਸ਼ਾ ਸਿੱਖਣੀ ਹੈ, ਜਦ ਤੱਕ ਉਹ ਭਾਸ਼ਾ ਬੋਲੋਗੇ ਨਹੀਂ ਤਦ ਤੱਕ ਤੁਸੀਂ ਸਿੱਖੋਗੇ ਨਹੀਂ। ਸੋ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਜਿਹੜੀ ਸਾਡੀ ਮਾਂ ਬੋਲੀ ਹੈ ਉਹਨੂੰ ਪਿੱਛੇ ਕਰ ਰਹੇ ਹਾਂ। ਇਹ ਕਿ ਮਾਂ ਬੋਲੀ ਦੇ ਨਾਲ ਨਾਲ ਅਸੀਂ ਦੁਨਿਆਵੀ ਜਿਹੜੀ ਲੈਂਗੁਏਜ ਕਿਉਂਕਿ ਦੇਖੋ ਜਿਸ ਸਮੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪ ਸੀ, ਮੈਨੂੰ ਜਿੱਥੇ ਤੱਕ ਗਿਆਨ ਹੈਗਾ ਕਿ ਮੈਂ ਇੰਨਾ ਜ਼ਿਆਦਾ ਗੁਰਮਤ ਦੀ ਮੈਂ ਨੌਲੇਜ ਨਹੀਂ ਹੋਏਗੀ, ਪਰ ਉਹਨਾਂ ਨੂੰ ਵੀ ਗੁਰੂ ਸਾਹਿਬ ਨੂੰ ਵੀ 12-13 ਲੈਂਗੁਏਜਸ ਦਾ ਗਿਆਨ ਸੀ। ਸਿੰਘ ਸਾਹਿਬ ਜੇ ਗੱਲ ਕੀਤੀ ਜਾਵੇ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ 52 ਹੁਕਮਾਂ ਦੇ ਵਿੱਚ ਵੀ ਅਸੀਂ ਪੜ੍ਹਦੇ ਹਾਂ ਕਿ ਹਰ ਤਰ੍ਹਾਂ ਦੀ ਭਾਸ਼ਾ ਤੋਂ ਸਾਨੂੰ ਜਾਣੂ ਹੋਣਾ ਚਾਹੀਦਾ ਹੈ। ਕਿਉਂਕਿ ਬਾਬਾ ਬੁੱਢਾ ਜੀ ਦੀ ਗੱਲ ਕੀਤੀ ਜਾਵੇ, ਗੁਰੂ ਇਤਿਹਾਸ ਦੀ ਗੱਲ ਕੀਤੀ ਜਾਵੇ, ਹਰ ਪ੍ਰਕਾਰ ਦੀ ਸਿੱਖਿਆ ਜਿਹੜੀ ਗੁਰੂ ਕਾਲ ਦੇ ਵਿੱਚ ਦਿੱਤੀ ਗਈ ਹੈ। ਈਵਨ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਦੇ ਵਿੱਚ ਰਾਜ ਦੇ ਦੌਰਾਨ
ਕੋਈ ਵੀ ਪੰਜਾਬ ਦਾ ਕੋਈ ਵੀ ਪਿੰਡ ਦੇ ਵਿੱਚ ਕੋਈ ਵੀ ਅਜਿਹਾ ਵਿਅਕਤੀ ਨਹੀਂ ਸੀ ਜਿਹੜਾ ਅਨਪੜ੍ਹ ਕਹਾਉਂਦਾ ਸੀ। ਵੱਡੇ ਪੱਧਰ ਦੇ ਉੱਪਰ ਅੱਜ ਵੀ ਉਹੀ ਅਸੀਂ ਆਹੀ ਆਸ ਕਰਦੇ ਹਾਂ ਕਿ ਸਾਡਾ ਜਿਹੜਾ ਪੰਜਾਬ ਹੈ ਉਹਦਾ ਜਿਹੜਾ ਸਿੱਖਿਆ ਦਾ ਜਿਹੜਾ ਖੇਤਰ ਆ ਉਹ ਉਚਾਈਆਂ ਵੱਲ ਜਾਵੇ। ਜੇਕਰ ਗੱਲ ਕੀਤੀ ਜਾਵੇ ਮੌਜੂਦਾ ਸਮੇਂ ਦੇ ਵਿੱਚ, ਜੇਕਰ ਸਮੇਂ ਦੇ ਹਾਣੀ ਹੋਣਾ, ਵੱਡੀਆਂ ਯੂਨੀਵਰਸਿਟੀਆਂ ਵੱਡੇ ਸ਼ਹਿਰਾਂ ਦੇ ਵਿੱਚ ਜਾ ਕੇ ਆਪਣੇ ਆਪ ਨੂੰ ਸਟੈਂਡ ਕਰਨਾ, ਤਾਂ ਸਮੇਂ ਦੇ ਹਾਣੀ ਹੋਣਾ ਬੜਾ ਜ਼ਰੂਰੀ ਹੈ, ਜਿਸ ਦੇ ਵਿੱਚ ਕੰਪਿਊਟਰ ਦਾ ਗਿਆਨ ਬਹੁਤ ਜ਼ਿਆਦਾ ਜ਼ਰੂਰੀ ਹੈ। ਕਿਉਂਕਿ ਕੰਪਿਊਟਰ ਦੀ ਆਪਣੀ ਇੱਕ ਭਾਸ਼ਾ, ਆਪਣੀ ਇੱਕ ਲੈਂਗੁਏਜ ਹੈ ਤੇ ਇਹਦੇ ਵਿੱਚ ਮੁਹਾਰਤ ਹੋਣੀ ਬੜੀ ਜ਼ਰੂਰੀ ਹੈ। ਜੇਕਰ ਤੁਹਾਡੇ ਕੋਲ ਕੰਪਿਊਟਰ ਦਾ ਗਿਆਨ ਨਹੀਂ ਹੈਗਾ, ਸਾਡੇ ਬੱਚਿਆਂ ਕੋਲ ਗਿਆਨ ਨਹੀਂ ਹੋਵੇਗਾ, ਤਾਂ ਉਹ ਕਿਤੇ ਨਾ ਕਿਤੇ ਮਾਰ ਜਿਹੜੀ ਖਾਣਗੇ ਇਸ ਪੱਖੋਂ ਵੀ। ਤਾਂ ਅਸੀਂ ਨਹੀਂ ਚਾਹੁੰਦੇ ਕਿ ਕੋਈ ਕੱਚ ਜਿਹੜੀ ਰਹਿ ਜਾਵੇ। ਜਿੱਥੇ ਮਹਾਂਪੁਰਸ਼ਾਂ ਦੇ ਆਸ਼ੀਰਵਾਦ ਸਦਕਾ ਇੰਨਾ ਕੁਝ ਸਿੱਖਿਆ ਹਾਸਲ ਹੋ ਰਹੀ ਹੈ, ਉੱਥੇ ਜਿਹੜਾ ਇਹ ਪੱਖ ਆ ਉਹ ਵੀ ਜਿਹੜਾ ਕਮਜ਼ੋਰ ਨਹੀਂ ਰਹਿਣਾ ਚਾਹੀਦਾ। ਪਹਿਲਾਂ ਹੀ ਇੰਗਲੈਂਡ ਤੇ UK ਤੋਂ ਇਲਾਵਾ ਯੂਰਪ ਦੀਆਂ ਸਾਰੀਆਂ ਹੀ ਸੰਗਤਾਂ ਨੇ ਬਹੁਤ ਪਿਆਰ ਸ਼ਰਧਾ ਦੇ ਨਾਲ ਜਿਹੜੀ ਸੇਵਾ ਕੀਤੀ ਹੈ ਤੇ ਅਸੀਂ ਹੁਣ ਅਪੀਲ ਕਰਦੇ ਹਾਂ ਥੋੜ੍ਹੀ ਜਿਹੀ ਜਿਹੜੀ ਕੱਚ ਹੈਗੀ ਆ ਇਹਨੂੰ ਵੀ ਪੂਰਾ ਕਰ ਲਿਆ ਜਾਵੇ। ਹਰ ਇੱਕ ਅਕੈਡਮੀ ਦੇ ਵਿੱਚ ਜਿਹੜੇ ਕੰਪਿਊਟਰ ਆ ਉਹ ਪੂਰੇ ਹੋ ਜਾਣ। ਇਸ ਕਰਕੇ ਲਗਭਗ 400 ਪਾਉਂਡ ਦਾ ਜਿਹੜਾ ਖਰਚਾ ਆਉਂਦਾ ਇੱਕ ਕੰਪਿਊਟਰ ਦਾ। ਤੇ ਜੇਕਰ ਦਸਵੰਧ ਦੀ ਗੱਲ ਕੀਤੀ ਜਾਵੇ, ਆਪਾਂ ਥੋੜਾ ਸਮੇਂ ਦੇ ਵਿੱਚ 2-4 ਮਹੀਨੇ ਦੇ ਵਿੱਚ ਵੀ ਜਿਹੜਾ ਦਸਵੰਧ ਕੱਢ ਸਕਦੇ ਹਾਂ। ਕੋਈ ਵੱਡੀ ਰਾਸ਼ੀ ਨਹੀਂ ਹੈਗੀ, ਕਿਉਂਕਿ 400 ਪਾਉਂਡ ਕੋਈ ਖਾਸ ਵੱਡੀ ਰਾਸ਼ੀ ਨਹੀਂ ਹੁੰਦੀ। ਆਪਣੇ ਦਸਵੰਧ ਦੇ ਵਿੱਚੋਂ ਆਪਾਂ ਆਪਣੇ ਪਰਿਵਾਰ ਦੇ ਵਿੱਚੋਂ ਵੀ ਕੱਢ ਸਕਦੇ ਹਾਂ, ਕਿਉਂਕਿ ਇਹ ਗੁਰੂ ਦੇ ਲੇਖੇ ਜਿਹੜਾ ਲੱਗਣਾ ਹੈ, ਵਿਦਿਆ ਦੇ ਲੇਖੇ ਜਿਹੜਾ ਸਾਰਾ ਕੁਝ ਹੋਣਾ। ਕਿਉਂਕਿ ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਜਦੋਂ ਵਿਦਿਆ ਦਾ ਗਿਆਨ ਆ ਜਾਵੇਗਾ, ਹੁਣ ਜੇ ਅਸੀਂ ਸਾਡੀਆਂ ਯੂਨੀਵਰਸਿਟੀਆਂ ਦੇ ਵਿੱਚੋਂ ਕੋਈ ਡਾਕਟਰੇਟ ਕਰਕੇ ਜਾਵੇਗਾ ਤਾਂ ਉਸ ਨੂੰ ਪਤਾ ਹੋਵੇਗਾ ਕਿ ਵਿਦਿਆ ਲਾਲਚ ਲਈ ਨਹੀਂ ਕਰਨੀ, ਇਹ ਸਮਾਜ ਦੀ ਭਲਾਈ ਲਈ ਹੈਗੀ ਹੈ। ਇਹਨੂੰ ਸਮਾਜ ਦੇ ਵਿੱਚ ਦੁਰਵਰਤੋਂ ਨਹੀਂ ਕਰਨੀ। ਜਿਵੇਂ ਕਈ ਡਾਕਟਰ ਤਾਂ ਹੁਣ ਰੱਬ ਦਾ ਰੂਪ ਹੁੰਦੇ ਨੇ, ਮਰੀਜ਼ਾਂ ਨੂੰ ਬਚਾਉਂਦੇ ਨੇ, ਖਰਚਾ ਨਹੀਂ ਕਰਾਉਂਦੇ। ਹੁਣ ਕਈ ਡਾਕਟਰ ਹੈ ਜਿਹੜੇ ਉਹ ਧੰਦਾ ਬਣਾਇਆ ਹੋਇਆ, ਕਿਉਂਕਿ ਉਹਨਾਂ ਕੋਲ ਇਹ ਗਿਆਨ ਨਹੀਂ, ਅਧੂਰਾ ਗਿਆਨ ਹੈ। ਅਸਲ ਵਿਦਿਆ ਜਿਹੜੀ ਗੁਰਮਤ ਉਹ ਨਹੀਂ ਹੈਗੀ, ਪਰਉਪਕਾਰ ਨਹੀਂ ਹੈਗਾ। ਸੋ ਅਸੀਂ ਇਹੀ ਚਾਹੁੰਦੇ ਹਾਂ ਕਿ ਕੰਪਿਊਟਰ ਵਾਲੇ ਪੱਖੋਂ ਤੋਂ ਵੀ ਸਾਡੇ ਬੱਚੇ ਜਿਹੜੇ ਉੱਚੀਆਂ ਤਰੱਕੀਆਂ ਛੂਹਣ, ਤੇ ਅਸੀਂ ਇਹੀ ਅਪੀਲ ਕਰਦੇ ਹਾਂ। ਤੇ ਸਿੰਘ ਸਾਹਿਬ, ਤੁਸੀਂ ਇਹਦੇ ਪਰ ਕੀ ਅਪੀਲ ਕਰਨੀ ਚਾਹੋਗੇ ਸੰਗਤ ਨੂੰ? ਮੈਂ ਬਸ ਇੱਕ ਜੋ ਬਾਬਾ ਜੀ ਦੀ ਫਿਲਾਸਫੀ ਹੈ ਉਹ ਤੁਹਾਡੇ ਨਾਲ ਸਾਂਝੀ ਪਾਉਣਾ ਚਾਹਾਂਗਾ, ਕਿਉਂਕਿ UK ਦੀ ਸੰਗਤ ਨੇ ਪਹਿਲੇ ਬਹੁਤ ਸਹਿਯੋਗ ਦਿੱਤਾ ਜੀ। ਸੇ ਬਾਬਾ ਜੀ ਜਦ ਆਉਂਦੇ ਸੀ ਤੇ ਬਾਬਾ ਜੀ ਨੇ ਪਹਿਲੇ ਅਪੀਲ ਕੀਤੀ ਸੀ ਕਿ ਸਾਨੂੰ ਕਮਰੇ ਬਣਾਓ ਸਕੂਲਾਂ ਦੇ ਅੰਦਰ ਜੀ। ਤਾਂ ਜਿਸ ਵੇਲੇ ਬਾਬਾ ਜੀ ਤੋਂ ਕਿਸੇ ਨੇ ਪੁੱਛਿਆ ਕਿ ਬਾਬਾ ਜੀ ਨੇ ਸੰਗਤ ਵਿੱਚ ਹੀ ਕਿਹਾ ਸੀ, ਕਿਉਂਕਿ ਮਹਾਂਪੁਰਸ਼ਾਂ ਦੇ ਮੂੰਹ ਤੋਂ ਜਿਹੜੀ ਚੀਜ਼ ਨਿਕਲ ਗਈ ਉਹ ਪੂਰੀ ਹੋ ਜਾਣੀ ਹੈ। ਸੋ ਮਹਾਂਪੁਰਸ਼ਾਂ ਨੇ ਗੱਲ ਕਹੀ ਸੀ ਕਿ ਜਿਹੜਾ ਗੁਰੂ ਕੀ ਕਾਸ਼ੀ ਜਾਂ ਜਿਹੜੀ ਯੂਨੀਵਰਸਿਟੀਆਂ ਸਕੂਲਾਂ ਦੇ ਅੰਦਰ ਕਮਰੇ ਦੀ ਸੇਵਾ ਕਰੇਗਾ ਉਹ ਸਿੱਧਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਗੋਦ ਵਿੱਚ ਜਾ ਕੇ ਬੈਠੇ ਜੀ। ਸੋ ਇਹ ਮਹਾਰਾਜ ਦੇ ਆਪਣੇ ਬਚਨ ਹੈਗੇ ਨੇ ਜੀ। ਸੋ ਉਸ ਵੇਲੇ ਸੰਗਤ ਨੇ ਬਹੁਤ ਸਹਿਯੋਗ ਦਿੱਤਾ, ਅੱਜ ਵੀ ਕਰਦੀਆਂ ਆ ਰਹੀਆਂ ਸੰਗਤਾਂ। ਸੋ ਜਿਹੜੀ ਇਹ ਕੰਪਿਊਟਰ ਦੀ ਵੀ ਫਿਲਾਸਫੀ ਹੈ, ਤੁਸੀਂ ਦੇਖੋ ਕਿ ਇੱਕ ਕੰਪਿਊਟਰ ਇੱਕ ਲੈਬ ਵਿੱਚ ਲੱਗਦਾ ਤੇ ਇੱਕ ਪੀਰੀਅਡ ਜਿਹੜਾ ਹੁੰਦਾ 40 ਮਿੰਟ ਦਾ ਹੁੰਦਾ ਜੀ। ਤੇ 40 ਮਿੰਟ ਵਿੱਚ ਕਲਾਸ ਦੇ 30 ਬੱਚੇ ਜਾਂ 35 ਬੱਚੇ ਜਾਂ 25 ਬੱਚੇ ਜਿੰਨੇ ਵੀ ਬੱਚੇ ਆ ਉਹ ਕਲਾਸ ਵਿੱਚ ਆ ਕੇ ਐਜੂਕੇਸ਼ਨ ਲੈਂਦੇ ਨੇ ਜੀ। ਸੋ ਪੂਰੇ ਦਿਨ ਦੇ ਅੰਦਰ ਘੱਟੋ ਘੱਟ 8-10 ਪੀਰੀਅਡ ਹੁੰਦੇ ਨੇ ਜਿਹਦੇ ਅੰਦਰ ਇਸ ਤਰ੍ਹਾਂ ਬੱਚੇ ਆਉਂਦੇ ਨੇ ਜੀ। ਸੋ ਡੇਲੀ ਤੁਸੀਂ ਦੇਖੋ 250-300 ਬੰਦਾ ਉਸ ਕੰਪਿਊਟਰਸ ਨੂੰ ਐਕਸੈਸ ਕਰ ਰਿਹਾ। ਸੋ ਉਹ ਐਕਸੈਸ ਕਰਕੇ ਕੀ ਲੈ ਰਿਹਾ? ਜਿਹੜੀ ਐਜੂਕੇਸ਼ਨ ਦੀ ਜਿਹੜੀ ਕਾਟ ਹੈ, ਅੱਜ ਦੇਖੋ ਪੰਜਾਬ ਇੱਕ ਨੰਬਰ ਤੇ ਨੰਬਰ 1 ਹੁੰਦਾ ਸੀ ਜੀ ਲਿਟਰੇਸੀ ਰੇਟ ਦੇ ਅੰਦਰ। ਅੱਜ ਸਾਰੀ ਸਟੇਟਾਂ ਤੋਂ ਲਾਸਟ ਟੌਪ ਬਾਟਮ 3 ਤੋਂ ਆ ਗਿਆ। ਸੋ ਕਿਤੇ ਨਾ ਕਿਤੇ ਸਾਡੀ ਕੌਮ ਦਾ ਜਿਹੜਾ ਧਿਆਨ ਹੈ ਉਹ ਐਜੂਕੇਸ਼ਨ ਤੋਂ ਹਟ ਕੇ ਦੂਜੇ ਪਾਸੇ ਚਲੇ ਗਿਆ। ਸੋ ਅਸੀਂ ਇਹ ਚਾਹੁੰਦੇ ਹਾਂ ਕਿ ਜਿਹੜੀ ਐਜੂਕੇਸ਼ਨ ਦੀ ਮੁਹਿੰਮ ਬਾਬਾ ਜੀ ਨੇ ਚਲਾਈ ਹੈ, ਔਰ ਕੋਈ ਵੱਡੀ ਗੱਲ ਨਹੀਂ, ਜਿਵੇਂ ਤੁਸੀਂ ਦੱਸਿਆ 400 ਪਾਉਂਡ ਇੱਕ ਹੱਲਾ ਮਾਰੀਏ ਤੇ ਕੋਈ ਇੱਕ ਕੰਪਿਊਟਰ, 2 ਕੰਪਿਊਟਰ, 5 ਕੰਪਿਊਟਰ ਕੋਈ ਵੱਡੀ ਗੱਲ ਨਹੀਂ, ਕਿਉਂਕਿ ਜਿੰਨਾ ਦਸਵੰਧ ਬੰਦਾ ਉਹ ਦੇ ਸਕਦਾ। ਪਰ ਇਸ ਕੰਪਿਊਟਰ ਦੇ ਨਾਲ ਹਰ ਸਾਲ ਬੱਚਿਆਂ ਨੇ ਐਜੂਕੇਸ਼ਨ ਲੈਣੀ, ਔਰ ਇੱਕ ਵਾਰ ਕੰਪਿਊਟਰ ਲੱਗਿਆ ਘੱਟੋ ਘੱਟ ਉਹਦੀ ਲਾਈਫ ਜਿਹੜੀ ਹੈਗੀ ਹੈ ਨਾਰਮਲ ਲਾਈਫ ਹੀ ਦੇਖੋ ਤੁਸੀਂ 7-8 ਸਾਲ ਹੁੰਦੀ ਹੈ ਜੀ। ਸੋ ਦੇਖੋ ਇੱਕ ਵਾਰ ਦੀ ਡੋਨੇਸ਼ਨ ਦਿੱਤੀ ਤੁਹਾਡੀ ਕਿੰਨੇ ਬੱਚਿਆਂ ਦਾ ਜੀਵਨ, ਕਿੰਨੇ ਬੱਚਿਆਂ ਨੂੰ ਗਿਆਨ ਨਾਲ ਜੋੜੇਗੀ। ਸੋ ਮੇਰੀ ਸਾਰੀ ਸੰਗਤਾਂ ਦੇ ਚਰਨਾਂ 'ਚ ਇਹੀ ਬੇਨਤੀ ਹੈ ਕਿ ਜੇ ਤੁਸੀਂ 400 ਪਾਉਂਡ ਇੱਕ ਵਾਰੀ ਦੇ ਸਕਦੇ ਹੋ ਠੀਕ ਹੈ, ਨਹੀਂ ਤਾਂ ਉਹਨੂੰ ਥੋੜ੍ਹਾ ਡਿਵਾਈਡ ਕਰਕੇ ਦੇ ਦਿਓ, ਪਰ ਇੱਕ ਕੰਪਿਊਟਰ ਦੀ ਜ਼ਿੰਮੇਵਾਰੀ ਲੈ ਲਓ। ਅੱਜ ਅਸੀਂ ਬੱਚਿਆਂ ਦਾ ਬਰਥਡੇ ਮਨਾਉਂਦੇ ਹਾਂ ਤੇ $500 ਜਾਂ 500 ਪਾਉਂਡ ਤੇ ਐਵੇਂ ਲਾ ਦਿੰਦੇ ਹਾਂ। ਤੇ ਬੱਚਿਆਂ ਨੂੰ ਹੀ ਪ੍ਰੇਰਣਾ ਦਿੱਤੀ ਜਾਏ, ਕਿਉਂਕਿ ਬੱਚਿਆਂ ਨੂੰ ਤਾਂ ਅਸੀਂ ਸਿਖਾਉਣਾ ਹੈ ਨਾ, ਭਾਵੇਂ ਬੱਚੇ UK ਬੈਠੇ ਕਿੱਥੇ ਬੈਠੇ ਹੈ, ਕਿ ਬਈ ਤੁਸੀਂ ਆਪਣੇ ਬਰਥਡੇ ਤੇ ਜੇ ਪਰਉਪਕਾਰ ਕਰਨਾ ਹੈ ਤੇ ਇਹੋ ਜਿਹਾ ਪਰਉਪਕਾਰ ਕਰੋ ਕਿ ਤੁਹਾਡੀ ਇੱਕ ਵਾਰ ਸੇਵਾ ਦਿੱਤੀ ਹੋਈ ਕਿੰਨੇ ਸਾਲਾਂ ਤੱਕ ਬੱਚਿਆਂ ਨੂੰ ਜੀਵਨ ਦੇਗੀ। ਕਿਉਂਕਿ ਸਾਡਾ ਇਹ ਸੱਭਿਆਚਾਰ ਹੈ, ਇਹ ਅਮੀਰ ਸੱਭਿਆਚਾਰ ਨੂੰ ਅਸੀਂ ਬਚਾ ਕੇ ਰੱਖਣਾ। ਸੋ ਉਹੀ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਬਈ ਵੱਧ ਚੜ ਕੇ ਜਿਵੇਂ ਆਪ ਜੀ ਸਾਰੇ ਸਹਿਯੋਗ ਕਰਦੇ ਰਹੇ ਹੋ ਇਸ ਮਿਸ਼ਨ ਦੇ ਅੰਦਰ, ਅੱਜ ਲੋੜ ਹੈਗੀ ਹੈ ਡਿਜੀਟਲ
ਜ਼ਮਾਨੇ ਦੀ ਡਿਜੀਟਲਾਈਜੇਸ਼ਨ ਦੀ ਜਿਹੜਾ ਇੱਕ ਗੈਪ ਹੈਗਾ ਅਰਬਨ ਸਕੂਲਾਂ ਦੇ ਅੰਦਰ ਤੇ ਰੂਰਲ ਸਕੂਲਾਂ ਦੇ ਅੰਦਰ, ਜੀ ਉਸ ਗੈਪ ਨੂੰ ਪੂਰਾ ਕੀਤਾ ਜਾਏ। ਅਸੀਂ ਇਹ ਚਾਹੁੰਦੇ ਹਾਂ ਕਿ ਜਿਹੜੇ ਇਹ ਸੰਗਤ ਦੇ ਸਕੂਲ ਨੇ, ਅਕਾਲ ਅਕੈਡਮੀ ਹੈ, ਸੰਗਤ ਦੀ ਬਖਸ਼ੀ ਦੇ ਦਾਤ ਹੈ, ਇਹ ਜਿਹੜੇ ਸਕੂਲ ਹੈ ਇਹ ਵਰਲਡ ਕਲਾਸ ਐਜੂਕੇਸ਼ਨ ਦੇਣ ਜੀ। ਤੇ ਸਾਡੇ ਬੱਚੇ ਇੱਥੋਂ ਜਦ ਨਿਕਲਣ ਤੇ ਜਿਹੜੀ ਤੁਸੀਂ ਗੱਲ ਕਹੀ ਕਿ ਉਹ ਡਾਕਟਰ ਇਹੋ ਜਿਹਾ ਨਾ ਬਣੇ ਕਿ ਜੋ ਪੈਸੇ ਪਿੱਛੇ ਕਿਡਨੀਆਂ ਵਿੱਚ, ਸੋ ਉਹ ਕਨਸੈਪਟ ਅਸੀਂ ਬਾਬਾ ਜੀ ਚਾਹੁੰਦੇ ਸੀ ਬੱਚਿਆਂ ਅੰਦਰ ਪਏ ਕਿ ਉਹਦਾ ਜੀਵਨ ਹੋਏ, ਉਹਦੇ ਅੰਦਰ ਵੈਲਿਊਜ਼ ਹੋਣ। ਉਹ ਜਿਵੇਂ ਅਸੀਂ ਕੋਵਿਡ ਦੇ ਅੰਦਰ ਦੇਖਿਆ ਕਿ ਕਿੰਨਾ ਕੁਝ ਹੋਇਆ, ਸੋ ਉਸ ਨੂੰ ਮੱਦੇ-ਨਜ਼ਰ ਰੱਖਦੇ ਹੋਏ ਬਾਬਾ ਜੀ ਦੀ ਇਹੀ ਬੇਨਤੀ ਹੈ। ਡਾਕਟਰ ਦਵਿੰਦਰ ਸਿੰਘ ਜੀ ਹੁਣ ਸਾਰੀ ਸੇਵਾ ਸੰਭਾਲ ਰਹੇ ਨੇ, ਸੰਗਤ ਜਾਣਦੀ ਹੈ, ਉਹ ਵੀ ਹੁਣ ਯੂਕੇ ਦਾ ਵੀ ਪਲਾਨ ਬਣ ਰਿਹਾ ਉਹਨਾਂ ਦਾ ਆਉਣ ਦਾ। ਸੋ ਅਸੀਂ ਇਹ ਚਾਹੁੰਦੇ ਹਾਂ ਕਿ ਸਾਰੀ ਸੰਗਤ ਵੱਧ ਚੜ ਕੇ ਇਸ ਮਿਸ਼ਨ ਵਿੱਚ ਸਹਿਯੋਗ ਦੇ, ਜਿਵੇਂ ਕਰਦੀ ਆਈ ਹੈ ਅੱਗੇ ਵੀ ਕਰੇ ਤੇ ਹੋਰਾਂ ਨੂੰ ਵੀ ਪ੍ਰੇਰੇ ਕਿ ਜਾਂ ਤੇ ਇੱਕ ਕੰਪਿਊਟਰ ਦੀ ਡੋਨੇਸ਼ਨ ਲੈ ਲੇ ਜਾਂ ਇੱਕ ਬੱਚੇ ਦੀ ਸੇਵਾ ਲੈ ਲੇ ਤੇ ਅੱਗੇ ਆ ਕੇ ਮੋਢੇ ਨਾਲ ਮੋਢਾ ਜੋੜ ਕੇ ਅਕਾਲ ਅਕੈਡਮੀ ਜੋ ਕਿ ਸੰਗਤ ਦੀ ਹੈ ਜੀ, ਅਕਾਲ ਅਕੈਡਮੀਆਂ ਦਾ ਸਹਿਯੋਗ ਦੇ ਤਾਂ ਕਿ ਅਸੀਂ ਪੰਜਾਬ ਦੇ ਹਰ ਬੱਚੇ ਨੂੰ ਦੁਨਿਆਵੀ ਤੇ ਵਿਦਿਆ ਦਾ ਵਿਚਾਰੀ ਪਰਉਪਕਾਰੀ ਦਾ ਗਿਆਨ ਦੇ ਸਕੀਏ। ਸੋ ਇਹ ਮੇਰੀ ਸਾਰੀ ਬੇਨਤੀ ਹੈ। ਤੇ ਸੰਗਤ ਨੂੰ ਇੱਕ ਇਹ ਵੀ ਜਾਂਦੇ ਹੋਏ ਅਸੀਂ ਅਪੀਲ ਕਰਨੀ ਚਾਹਾਂਗੇ, ਕਿਉਂਕਿ ਇਹ ਮੇਰਾ ਹੀ ਨਿੱਜੀ ਵਿਚਾਰ ਹੈ ਕਿ ਜਿਹੜੇ ਕੰਪਿਊਟਰ ਹੈ, ਕਈਆਂ ਦਾ ਇਹ ਵੀ ਵਿਚਾਰ ਹੋਵੇਗਾ ਕਿ ਥੋੜ੍ਹੇ ਜਿਹੇ ਸਸਤੇ ਵੀ ਲੈ ਲਏ ਜਾ ਸਕਦੇ ਨੇ, ਕੰਮ ਵੀ ਚਲਾਇਆ ਜਾ ਸਕਦਾ, ਪਰ ਅਸੀਂ ਨਹੀਂ ਚਾਹੁੰਦੇ ਕਿ ਇਹ ਗੁਰੂ ਦਾ ਕਾਰਜ ਹੈ। ਇਹ ਜਿਹੜੀ ਵਿੱਦਿਆ ਹੈ ਇਹਦੇ ਵਿੱਚ ਅਸੀਂ, ਕਿਉਂਕਿ ਜਦੋਂ ਅਸੀਂ ਆਪਣੇ ਘਰਾਂ ਲਈ ਅਲੀਸ਼ਾਨ, ਜਦੋਂ ਅਸੀਂ ਕੋਈ ਮੋਬਾਈਲ ਲੈਣਾ ਹੋਵੇ ਜਾਂ ਕੰਪਿਊਟਰ ਲੈਣਾ ਹੋਵੇ ਤਾਂ ਅਸੀਂ ਸਸਤਾ ਭਾਲਦੇ ਹੁੰਦੇ ਹਾਂ ਜਾਂ ਵਧੀਆ ਕੁਆਲਿਟੀ ਦਾ, ਜਿੱਥੇ ਅਸੀਂ ਚਾਹੁੰਦੇ ਹਾਂ ਕਿ ਅਜਿਹੀ ਕੁਆਲਿਟੀ ਹੋਵੇ ਜਿਸ ਕੁਆਲਿਟੀ ਦੇ ਨਾਲ ਕੁਝ ਸਿੱਖਿਆ ਵੀ ਜਾਵੇ। ਅਜਿਹੇ ਕੰਪਿਊਟਰਾਂ ਦਾ ਫਿਰ ਕੀ ਕਰਨਾ ਸਸਤੇ ਦੇ ਵਿੱਚ ਲੈ ਕੇ, ਜਿਹੜੇ ਚੱਲਣ ਹੀ ਨਾ ਜਾਂ ਗਰਮ ਹੋ ਕੇ ਬੰਦ ਹੋ ਜਾਣ, ਉਹਨਾਂ ਦਾ ਵੀ ਕੋਈ ਫਾਇਦਾ ਨਹੀਂ। ਇਸ ਕਰਕੇ ਅਸੀਂ ਪਹਿਲਾਂ ਹੀ ਇਹ, ਜਿਵੇਂ ਸਿੰਘ ਸਾਹਿਬ ਨੇ ਦੱਸਿਆ ਕਿ ਜਿਹੜੇ ਲੌਂਗ ਟਰਮ ਚੱਲਣ, ਕਿਉਂਕਿ ਲਗਾਤਾਰ 8 ਤੋਂ 9 ਘੰਟੇ ਲਗਾਤਾਰ ਕੰਪਿਊਟਰ ਨੇ ਚੱਲਣਾ, ਤਾਂ ਇਸ ਕਰਕੇ ਉਹ ਜੇ ਹਾਈ ਕੁਆਲਿਟੀ ਦੇ ਉਹੀ ਜਿਹੜੇ ਚੱਲ ਸਕਦੇ ਨੇ। ਇਸ ਕਰਕੇ ਇੱਕ ਵਾਰ ਵਧੀਆ ਜਿਹੜੀ ਸਮਾਨ ਦੀ ਵਰਤੋਂ ਆ ਉਹ ਲੌਂਗ ਟਰਮ ਚੱਲ ਸਕਦੀ ਹੈ। ਇਸ ਕਰਕੇ ਹਮਲਾ ਸਾਰਿਆਂ ਨੂੰ ਮਾਰਨਾ ਚਾਹੀਦਾ ਹੈ ਤਾਂ ਜੋ ਅਸੀਂ ਵਿੱਦਿਆ ਦੇ ਪੱਖੋਂ ਜਿਹੜਾ ਸਾਡਾ ਨਿਗਾਰ ਹੈ ਉਹ ਅਸੀਂ ਉਹਨੂੰ ਉੱਪਰ ਚੱਕ ਸਕੀਏ। ਬਹੁਤ ਸਾਰੀਆਂ, ਜਿਵੇਂ ਸਿੰਘ ਸਾਹਿਬ ਨੇ ਕਿਹਾ, ਕੁਝ ਜਿਵੇਂ ਸਮਾਂ ਬਦਲਦਾ ਹੈ, ਅਪਡੇਟ ਹੁੰਦਾ ਰਹਿੰਦਾ, ਸਾਰਾ ਕੁਝ ਪਤਾ ਲੱਗਦਾ, ਕਮੀਆਂ ਜਿਹੜੀਆਂ ਉਹਨਾਂ ਨੂੰ ਦੂਰ ਕਰਨਾ ਵੀ ਅਸੀਂ ਹੈ। ਕਮੀਆਂ ਸਾਡੇ 'ਚ ਹੈ ਤਾਂ ਕਮੀਆਂ ਨੂੰ ਵੀ ਅਸੀਂ ਦੂਰ ਕਰਨਾ। ਜਦੋਂ ਪਤਾ ਲੱਗ ਗਿਆ ਵੀ ਇੱਥੇ ਸਾਡੇ 'ਚ ਕਮੀ ਹੈ ਤਾਂ ਅਸੀਂ ਉਹਨਾਂ ਨੂੰ ਦੂਰ ਕਰਨਾ, ਕਿਸੇ ਦੇ ਵੱਲ ਨਹੀਂ ਵੇਖਣਾ ਹੈਗਾ, ਕਿਉਂਕਿ ਸਾਡਾ ਕੌਮ ਹੈ, ਸਾਡਾ ਪਰਿਵਾਰ ਹੈ, ਸਾਡਾ ਪੰਥ ਹੈ, ਇਹ ਕੋਈ ਬੇਗਾਨਾ ਨਹੀਂ ਹੈਗਾ, ਆਪਣਾ ਹੈ, ਸਾਰੇ ਆਪਣੇ ਨੇ। ਇੱਥੇ ਇੱਕ ਨਿਸ਼ਾਨ ਸਾਹਿਬ ਥੱਲੇ ਆਪਾਂ ਨੇ ਆਉਣਾ ਹੈ ਤੇ ਗੁਰੂ ਮਹਾਰਾਜ ਜੀ ਦਾ ਜਿਹੜਾ ਸੰਦੇਸ਼ ਹੈ, ਵਿੱਦਿਆ ਪੜ੍ਹਨੀ, ਵਿੱਦਿਆ ਪੜ੍ਹਾਉਣੀ, ਨਾਮ ਜਪਣਾ, ਨਾਮ ਜਪਾਉਣਾ, ਦਾਨ ਦੇਣਾ ਤੇ ਦਾਨ ਲੈਣਾ, 6 ਵੱਡੇ ਕਾਰਜ ਨੇ ਗੁਰੂ ਪਿਆਰਿਓ, ਤੇ ਇਹਦੇ ਵਿੱਚ ਵਿੱਦਿਆ ਦਾ ਮਹਾਨ ਕਾਰਜ ਹੈ। ਤੇ ਸਾਰਿਆਂ ਨੂੰ ਇਹੀ ਅਪੀਲ ਹੈ ਹੱਥ ਬੰਨ੍ਹ ਕੇ ਕਿ ਆਪ ਸਭਨਾਂ ਨੇ ਕਿਰਪਾ ਕਰਨੀ, ਆਪਣੇ ਪਰਿਵਾਰ ਦੇ ਵਿੱਚ, ਰਿਸ਼ਤੇਦਾਰਾਂ ਦੇ ਵਿੱਚ, ਗੁਰੂ ਘਰਾਂ ਦੇ ਵਿੱਚ ਜਾ ਕੇ ਅਪੀਲ ਕਰਨੀ ਹੈ ਕਿ ਜੋ ਇਹ ਜਿਹੜੀ ਘਾਟ ਹਲਕੀ ਜਿਹੀ ਮਹਿਸੂਸ ਹੋ ਰਹੀ ਹੈ, ਪੂਰੀ ਤਾਂ ਸਤਿਗੁਰਾਂ ਨੇ ਕਰ ਦੇਣੀ, ਤੇ ਲਾਹਾ ਲੈ ਲਈਏ ਕਿ ਅਸੀਂ ਇਹਨੂੰ ਆਪ ਪੂਰਾ ਕਰ ਲਈਏ। ਸਤਿਗੁਰ ਸਾਡੀ ਸੇਵਾ ਜਿਹੜੀ ਉਹ ਪ੍ਰਵਾਨ ਕਰੇ ਜੀ। ਬਹੁਤ ਬਹੁਤ ਸ਼ੁਕਰਾਨੇ, ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।